ਪਾਵਨ ਪਵਿੱਤਰ ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ। ਗੁਰੂ ਜਸ ਸਰਵਣ ਕਰ ਲਾਹ ਪ੍ਰਾਪਤ ਕਰਣਾ ਕਰੀਏ ਜੀ। ਸੋ ਕੱਲ ਦੇ ਦੀਵਾਨਾਂ ਅੰਦਰ ਆਪ ਗੁਰਸਿੱਖ ਸੰਗਤਾਂ ਪ੍ਰਸੰਗ ਸਰਵਣ ਕਰ ਚੁੱਕੇ ਹੋ ਕਿ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਨਗਰੀ ਅੰਦਰ ਆਪਣੇ ਬਾਲ ਸਖਾਵਾਂ ਦੇ ਨਾਲ ਬਾਲ ਲੀਲਾਵਾਂ ਕਰਦੇ ਹਨ। ਸਤਲੁਜ ਦਰਿਆ ਦੇ ਵਿੱਚ ਜਾ ਕੇ ਇਸ਼ਨਾਨ ਕਰਦਿਆਂ ਵਿਚਿੱਤਰ ਕੌਤਕ ਕਰਦੇ ਹਨ। ਜਦੋਂ ਦੋ ਧਿਰਾਂ ਬਣਾ ਕੇ ਪਾਣੀ ਦੇ ਛਿੱਟੇ ਬਾਲਕ ਆਪੋ ਵਿੱਚ ਮਾਰਨ ਲੱਗੇ ਤਾਂ ਉਸ ਸਮੇਂ ਗੁਲਾਬ ਰਾਏ ਵਿਚਲਿਤ ਹੋ ਕੇ ਜਦੋਂ ਪਾਣੀ ਚੋਂ ਬਾਹਰ ਨਿਕਲ ਕੇ ਤੇ ਨੱਠਣ ਲੱਗਾ ਤੇ ਕਿਨਾਰੇ ਤੇ ਪਈ ਗੁਰਾਂ ਦੀ ਦਸਤਾਰ ਸਿਰ ਤੇ ਰੱਖ ਕੇ ਨੱਠ ਗਿਆ। ਭਾਈ ਸੰਗੋ ਸ਼ਾਹ ਜੀ ਉਹਨਾਂ ਨੇ ਆਵਾਜ਼ ਮਾਰੀ ਤੇ ਕਿਹਾ, ਇਹ ਦਸਤਾਰ ਗੁਰਾਂ ਦੀ ਹੈ, ਪਛਾਣ ਤਾਂ ਕਰ ਲੈ। ਵਾਪਸ ਮੁੜਿਆ ਰੱਖਣ ਵਾਸਤੇ ਤੇ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ, ਰਹਿਣ ਦਿਓ ਸਿਰ ਤੇ, ਸਮਾਂ ਆਵੇਗਾ ਇਹ ਪਦ ਵੀ ਤੁਹਾਨੂੰ ਮਿਲੇਗਾ। ਤੇ ਫਿਰ ਉਹ ਸਮਾਂ ਆਇਆ। ਕਵੀ ਜੀ ਦੱਸ ਰਹੇ ਸਨ ਕਿ ਕਲਗੀਆਂ ਵਾਲੇ ਪਾਤਸ਼ਾਹ ਜਦੋਂ ਨੰਦੇੜ ਤੋਂ ਸੱਚਖੰਡ ਨੂੰ ਚਲੇ ਗਏ ਤੇ ਮਗਰੋਂ ਦੋਨੋਂ ਹੀ ਭਰਾ ਬਾਬਾ ਸੂਰਜਮਲ ਜੀ ਦੇ ਪੋਤਰੇ ਗੁਲਾਬ ਰਾਏ ਸਿਆਮ ਦਾਸ ਨਾਹਨ ਤੋਂ ਆ ਕੇ ਇਹਨਾਂ ਨੇ ਅਨੰਦਪੁਰ ਸਾਹਿਬ ਨਗਰੀ ਨੂੰ ਪੁਨਰ ਵਸਾਇਆ ਹੈ। ਹੋਲਾ ਮਹੱਲਾ ਆਦਿ ਵਿਸਾਖੀ ਦੇ ਪੁਰਬਾਂ ਤੇ ਦੀਪਮਾਲਾ ਤੇ ਸਿੱਖ ਸੰਗਤਾਂ ਅਨੰਦਪੁਰ ਸਾਹਿਬ ਨਗਰੀ ਆਉਂਦੀਆਂ ਤੇ ਗੁਲਾਬ ਰਾਏ ਗੁਰੂ ਬਣ ਕੇ ਗੱਦੀ ਲਾ ਕੇ ਬਹਿੰਦਾ ਤੇ ਆਪਣੀ ਪੂਜਾ ਕਰਵਾਉਂਦਾ। ਜਦ ਗੁਰਾਂ ਦੀ ਰੀਸ ਕਰਨ ਲੱਗਾ ਤੇ ਗੁਰਬਖਸ਼ ਸਾਧੂ ਜੋ ਗੁਰਦੁਆਰਾ ਸੀਸਗੰਜ ਸਾਹਿਬ ਸੇਵਾ ਵਾਸਤੇ ਗੁਰਦੇਵ ਛੱਡ ਕੇ ਗਏ ਸੀ, ਉਹਨੇ ਵਰਜਿਆ, ਪਰ ਵਰਜਿਆ ਨਾ ਰਹਿ ਕੇ ਸਗੋਂ ਗੁਲਾਬ ਰਾਏ ਨੇ ਬੜੀ ਨਿਰਾਦਰੀ ਕੀਤੀ ਗੁਰਬਖਸ਼ ਸਾਧੂ ਦੀ ਤੇ ਸੁਭਾਵਕ ਸਰਾਪ ਵਾਲਾ ਬਚਨ ਹੋ ਗਿਆ ਕਿ ਤੇਰੀ ਕੁਲ ਤੇ ਤੂੰ ਨਾਸ ਹੋ ਜਾਵੇਂਗਾ। ਉਹ ਗੁਰਬਖਸ਼ ਸਾਧੂ ਦੇ ਜਿਵੇਂ ਬਚਨ ਹੋਏ ਉਹ ਸਤਿ ਹੋਏ। ਗੁਲਾਬ ਰਾਏ ਆਪਣੀ ਵੰਸ਼ ਸੰਯੁਗਤ ਨਾਸ ਹੋ ਗਿਆ ਤੇ ਮਗਰੋਂ ਜਿਹੜੇ ਸੋਢੀ ਬਚੇ ਆ ਉਹ ਸ਼ਿਆਮ ਦਾਸ ਦੀ ਵੰਸ਼ ਹਨ। ਗੁਲਾਬ ਰਾਏ ਦੀ ਵੰਸ਼ ਸਮਾਪਤ ਹੋ ਗਈ। ਸੋ ਇਹ ਕਥਾ ਪਿਛਲੇ ਦੀਵਾਨਾਂ ਅੰਦਰ ਆਪਾਂ ਸਰਵਣ ਕਰ ਚੁੱਕੇ ਹਾਂ। ਇਸ ਤੋਂ ਅੱਗੋਂ ਪਾਵਨ ਕਥਾ ਦੀ ਆਰੰਭਤਾ ਹੋ ਰਹੀ ਹੈ। ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ। ਗੁਰੂ ਜਸ ਸਰਵਣ ਕਰ ਲਾਹ ਪ੍ਰਾਪਤ ਕਰਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ੍ਰੀ ਸਤਿਗੁਰ ਸਰਬੱਗ ਸਭ। ਸਤਿਗੁਰੂ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਜੋ ਸਭ ਤਰ੍ਹਾਂ ਦੇ ਨਾਲ ਸਰਬੱਗ ਹਨ, ਜਿਨ੍ਹਾਂ ਨੂੰ ਸਰਬ ਗਿਆਤ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ।
ਜੋ ਸਤਿਗੁਰੂ ਜੀ ਤ੍ਰਿਕਾਲ ਦਰਸ਼ੀ ਹਨ। ਧੀਰ ਕਿਰਤੱਗ ਵਿਸਾਲ, ਫਿਰ ਬੜੇ ਵੱਡੇ ਧੀਰਜ ਧਾਰੀ ਹਨ ਸਤਿਗੁਰੂ ਜੀ, ਤੇ ਕਿਰਤੱਗ ਨਾਮ ਕੀਤੇ ਉਪਕਾਰ ਨੂੰ ਜਾਣਨ ਵਾਲੇ। ਸਤਿਗੁਰੂ ਜੀ ਕਿਰਤੱਗ ਹਨ। ਇੱਕ ਕਿਰਤਗਨ ਹੁੰਦਾ ਹੈ ਜੋ ਉਪਕਾਰ ਭੁੱਲ ਜਾਂਦਾ ਹੈ, ਪਰ ਸਤਿਗੁਰੂ ਜੀ ਕਿਰਤੱਗ ਹਨ, ਕੀਤੇ ਹੋਈ ਕਿਰਤ ਨੂੰ ਜਾਣਨ ਵਾਲੇ ਹੈ, ਕੀਤੇ ਉਪਕਾਰ ਨੂੰ ਜਾਣਨ ਵਾਲੇ ਹਨ। ਕਰਤ ਆਨੰਦਪੁਰ ਮਹਿ ਆਨੰਦ, ਸ੍ਰੀ ਅਨੰਦਪੁਰ ਸਾਹਿਬ ਨਗਰੀ ਅੰਦਰ ਅਨੇਕ ਤਰ੍ਹਾਂ ਦੇ ਆਨੰਦ ਕਰ ਰਹੇ ਹਨ। ਦਰਸਹਿ ਦਰਸ਼ਨ ਜਾਲ, ਤੇ ਜਾਲ ਨਾਮ ਬੇਅੰਤ ਸਿੱਖ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਨਗਰੀ ਆਉਂਦੀਆਂ ਤੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਦੀਆਂ। ਕਿਉ ਪਈ ਸਹਿਜ ਸੁਭਾਇਕ ਗੁਰ ਸਰਬੱਗ, ਜੋ ਸਤਿਗੁਰੂ ਜੀ ਸਰਬੱਗ ਹਨ, ਸਰਬ ਗਿਆਤ ਰੱਖਣ ਵਾਲੇ, ਸੋ ਕਲਗੀਧਰ ਪਾਤਸ਼ਾਹ ਜੀ ਸਹਿਜ ਸੁਭਾਵਕ ਹੀ ਸ਼ੋਭਤ ਬੈਠੇ ਹੁਤੇ ਕਿਰਤੱਗ, ਤੇ ਕੀਤੇ ਉਪਕਾਰ ਨੂੰ ਜਾਣਨ ਵਾਲੇ ਪਾਤਸ਼ਾਹ ਸਿੰਘਾਸਣ ਤੇ ਬੈਠੇ ਐ, ਤੇ ਬੜੇ ਸ਼ੋਭ ਰਹੇ ਹਨ, ਬੜੇ ਜੋਹ ਜਲਾਲ ਸੰਯੁਗਤ ਪ੍ਰਕਾਸ਼ ਰਹੇ ਹਨ। ਈਖਦ ਸਿੱਖ ਪਾਸ ਪਰਵਾਰਤ, ਈਖਦ ਨਾਮ ਥੋੜੇ ਜਿਹੇ ਸਿੱਖ ਸਤਿਗੁਰਾਂ ਦੇ ਕੋਲ ਚੁਗਿਰਦੇ ਖਲੋਤੇ ਹੋਏ ਆ, ਕੁਝ ਬੈਠੇ ਹੋਏ ਆ। ਚਾਹੂੰ ਔਰ ਚਾਮਰ ਬਾਰ ਢਾਰਤ, ਸਤਿਗੁਰਾਂ ਦੇ ਚਾਰ ਚੁਫੇਰੇ ਸ੍ਰੇਸ਼ਟ ਚਵਰਦਾਰ ਸਿੱਖ ਚਵਰ ਚਲਾ ਰਹੇ ਹਨ। ਮਹਾ ਪ੍ਰਕਾਸ਼ਿਤ ਬੁੱਧ ਬਿਲੰਦ, ਤੇ ਮਹਾ ਨਾਮ ਵੱਡੀ, ਬਿਲੰਦ ਨਾਮ ਉੱਚੀ, ਜਿਹੜੀ ਸ੍ਰੇਸ਼ਟ ਬੁੱਧੀ ਹੈ ਉਹ ਪ੍ਰਕਾਸ਼ ਰਹੀ ਹੈ। ਜਨ ਤਾਰਨ ਮਹਿ ਪੂਰਨ ਚੰਦ, ਤੇ ਇਸ ਤਰ੍ਹਾਂ ਸ਼ੋਭਾ ਪਾ ਰਹੇ ਆ ਕਲਗੀਆਂ ਵਾਲੇ, ਜਿਵੇਂ ਤਾਰਿਆਂ ਵਿੱਚ ਚੰਦਰਮਾ ਸ਼ੋਭਾ ਪਾਉਂਦਾ, ਇਉਂ ਸਿੱਖਾਂ ਵਿੱਚ ਬੈਠੇ ਸ਼ੋਭ ਰਹੇ ਹੈ। ਕਦਮ ਪੱਤਰ ਸ੍ਰੀ ਆਂਖ ਵਿਸਾਲੀ, ਸਤਿਗੁਰਾਂ ਦੇ ਨੇਤਰ ਜਿਹੜੇ ਐ ਉਹ ਪਦਮ ਦੀਆਂ ਪੰਖੜੀਆਂ ਵਰਗੇ, ਪਦਮ ਨਾਮ ਕਵਲ, ਕਵਲ ਦੀਆਂ ਪੰਖੜੀਆਂ ਜੈਸੇ ਸਤਿਗੁਰਾਂ ਦੇ ਕੋਮਲ ਤੇ ਚੌੜੇ ਨੇਤਰ ਹੈ। ਡੋਰੇ ਸਹਿਤ ਅੰਤ ਮਹਿ ਲਾਲੀ, ਤੇ ਨੇਤਰਾਂ ਦੇ ਜਿਹੜੇ ਕੋਨੇ ਐ ਉਹਨਾਂ ਦੀ ਲਾਲੀ ਇਸ ਤਰ੍ਹਾਂ ਹੈ ਜਿਵੇਂ ਕਵਲ ਦੀਆਂ ਡੋਡੀਆਂ ਲਾਲ ਰੰਗ ਦੀਆਂ ਹੁੰਦੀਆਂ, ਇਸ ਤਰ੍ਹਾਂ ਨੇਤਰਾਂ ਦੇ ਕੋਨੇ ਲਾਲ ਰੰਗ ਦੇ ਹੈ। ਈਸ਼ਨ ਹੈ ਕਟਾਖ ਬੜ ਈਸ਼ਨ, ਫਿਰ ਸਤਿਗੁਰਾਂ ਦੇ ਨੇਤਰਾਂ ਦੀ ਜੋ ਕਟਾਸ਼ ਹੈ, ਨੇਤਰਾਂ ਦਾ ਜਿਹੜਾ ਕਿਨਾਰਾ ਹੈ, ਜੋ ਕਟਾਸ਼ ਭਰੀ ਟੇਢੀ ਨਿਗਾਹ ਨਾਲ ਤੱਕਦੇ ਹੈ, ਉਹ ਕਟਾਸ਼ ਦ੍ਰਿਸ਼ਟੀ ਬੜੀ ਤੀਛਨ ਹੈ, ਤੀਰ ਦੀ ਨੋਕ ਨਾਲੋਂ ਤਿੱਖੀ ਹੈ। ਚੰਚਲ ਜਾਨਾ ਖੰਜਨ ਦੇ ਸੀਸ਼ਨ, ਤੇ ਚੰਚਲ ਤੇ ਐਸੇ ਹੈ ਨੇਤਰ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਕਿ ਮਾਨੋ ਖੰਜਨ ਨੂੰ, ਖੰਜਨ ਨਾਮ ਮਮੋਲਾ ਬੜਾ ਚੰਚਲ ਹੁੰਦਾ ਮਮੋਲਾ, ਮਾਨੋ ਮਮੋਲੇ ਨੂੰ ਵੀ ਚੰਚਲਤਾਈ ਦੀ ਸਿੱਖਿਆ ਪਏ ਦੇ ਰਹੇ, ਐਸੇ ਚੰਚਲ ਨੇਤਰ ਹੈ। ਮਹਾ ਉਦਾਰ ਮੁਕਤ ਲੋ ਦੇਤ, ਫਿਰ ਬੜੇ ਉਦਾਰ ਹਨ, ਬੜੇ ਸਖੀ ਹਨ, ਬੜੇ ਦਾਤੇ ਹਨ, ਮੁਕਤੀ ਆਦ ਦਾ ਦਾਨ ਸਿੱਖਾਂ ਨੂੰ ਪ੍ਰਦਾਨ ਕਰਦੇ ਹੈ। ਹੇਰਤ ਦਾਸਨ ਦੁਖ ਹਰ ਲੇਤ, ਤੇ ਵੇਖਦਿਆਂ ਹੀ ਦਾਸਾਂ ਦੇ
ਸਿੱਖਾਂ ਦੇ ਦੁੱਖ ਹਰ ਲੈਂਦੇ। ਐਸੀ ਅੰਮ੍ਰਿਤ ਦ੍ਰਿਸ਼ਟੀ ਨੇਤਰਾਂ ਵਿੱਚੋਂ ਵਰਸਦੀ ਹੈ। ਅਮਿ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ। ਐਸੀ ਅੰਮ੍ਰਿਤ ਦ੍ਰਿਸ਼ਟੀ ਪਾਉਂਦੇ ਐ, ਸਿੱਖਾਂ ਦੇ ਸਾਰੇ ਪਾਪ ਤੇ ਦੁੱਖ ਹਰ ਲੈਂਦੇ ਐ। ਇਤਕ ਕਾਲ ਜਬ ਬੈਠ ਬਿਤਾਇਓ। ਇਸ ਤਰ੍ਹਾਂ ਕਿਤਨਾ ਕੁ ਕਾਲ, ਕਿਤਨਾ ਕੁ ਸਮਾਂ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੂੰ ਬੈਠਿਆਂ ਹੋਇਆ ਹੀ ਸੀ। ਹਲੇ ਦੀਵਾਨ ਵਿੱਚ ਸਤਿਗੁਰੂ ਜੀ ਸਜੇ ਸਨ। ਗੁਰਾਂ ਦੇ ਨਾਲ ਸੰਗੀ ਸਿੱਖ ਹਜ਼ੂਰੀ ਵਿੱਚ ਕੁਝ ਬੈਠੇ ਐ, ਕੁਝ ਖਲੋਤੇ ਐ। ਲੇ ਇਕ ਰੀਸ਼ ਕਲੰਦਰ ਆਇਓ। ਤਾਂ ਗੁਰੂ ਰੂਪ ਸਾਧ ਸੰਗਤ ਪੁੱਛੇ, ਫਿਰ ਇੱਕ ਕਲੰਦਰ ਆਇਆ। ਕਲੰਦਰ ਕਹਿੰਦੇ ਆ ਜਿਹੜਾ ਰਿੱਛ, ਬਾਂਦਰ ਆਦਿ ਇਹਨਾਂ ਨੂੰ ਨਚਾਉਣ ਵਾਲਾ ਹੋਵੇ, ਉਹਨੂੰ ਕਲੰਦਰ ਕਹਿੰਦੇ ਆ। ਸੋ ਇੱਕ ਕਲੰਦਰ ਆਪਣੇ ਨਾਲ ਰਿੱਛ ਲੈ ਕੇ ਆਇਆ। ਮਹਾਬਲੀ ਬੜ ਦੇਹ ਆਕਾਰਾ। ਉਹ ਜਿਹੜਾ ਰਿੱਛ ਸੀ ਉਹਦੀ ਦੇਹ ਬੜੀ ਵੱਡੀ ਸੀ ਤੇ ਬੜਾ ਬਲਿਸ਼ਟ ਸੀ, ਬਲੀ ਸੀ ਉਹ ਰਿੱਛ। ਕੈਦੋਂ ਜਾਮਵੰਤ ਦੇਹ ਧਾਰਾ। ਮਾਨੋ ਜਾਮਵੰਤ ਨੇ ਹੀ ਇਹ ਦੇਹੀ ਧਾਰਨ ਕੀਤੀ ਹੋਈ ਸੀ। ਜਾਮਵੰਤ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਅਨੰਨਿਆ ਪਿਆਰੇ ਸੇਵਕ ਹੋਏ। ਤੇ ਉਹੀ ਜਾਮਵੰਤ ਜੀ ਜਿਹੜੇ ਲੰਕਾ ਦੇ ਯੁੱਧ ਵਿੱਚ ਵੀ ਨਾਲ ਰਹੇ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ। ਤੇ ਪੁਨः ਦੁਆਪਰ ਵਿੱਚ ਭਗਵਾਨ ਕ੍ਰਿਸ਼ਨ ਜੀ ਦੇ ਨਾਲ ਵੀ, ਜਿਨ੍ਹਾਂ ਦਾ ਮਣੀ ਕਾਰਨ ਯੁੱਧ ਹੋਇਆ। ਤੇ ਸਵੰਤਕ ਮਣੀ ਜਦੋਂ ਭਗਵਾਨ ਕ੍ਰਿਸ਼ਨ ਜੀ ਨੂੰ ਰਾਮ ਰੂਪ ਕਰਕੇ ਪਛਾਣਿਆ ਤੇ ਸਵੰਤਕ ਮਣੀ ਵੀ ਦਿੱਤੀ ਤੇ ਆਪਣੀ ਪੁੱਤਰੀ ਜਾਮਵੰਤੀ ਵੀ ਭਗਵਾਨ ਕ੍ਰਿਸ਼ਨ ਜੀ ਨੂੰ ਹਾਜ਼ਰ ਕੀਤੀ। ਸੋ ਉਹ ਜਾਮਵੰਤ ਜੋ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਅਨੰਨਿਆ ਪਿਆਰੇ ਸੇਵਕ ਸਨ। ਸੋ ਉਦਾਹਰਣ ਦਿੰਦੇ ਆ ਕਵੀ ਜੀ, ਕਹਿੰਦੇ ਮਾਨੋ ਕਿ ਜਾਮਵੰਤ ਨੇ ਦੀ ਧਾਰਨ ਕੀਤੀ ਹੋਈ ਹੈ। ਸਭ ਅੰਗਨ ਪਰ ਬਾਲ ਬਿਸਾਲਾ। ਰਿੱਛ ਦੇ ਸਾਰੇ ਅੰਗਾਂ ਦੇ ਉੱਤੇ ਬਹੁਤ ਵਾਲ ਹਨ। ਪੈਰਾਂ ਦੇ ਨਖਾਂ ਨੂੰ ਛੱਡ ਕੇ, ਪੈਰਾਂ ਦੇ ਨਖਾਂ ਤੋਂ ਲੈ ਕੇ ਹਰੇਕ ਅੰਗ ਦੇ ਉੱਪਰ ਬਹੁਤ ਜ਼ਿਆਦਾ ਵਾਲ ਸਨ। ਭੂਰ ਬਰਨ ਨਖ ਭੂਰ ਕਰਾਲਾ। ਤੇ ਭੂਰਾ ਉਹਦਾ ਰੰਗ ਸੀ ਤੇ ਜਿਹੜੇ ਨਖ ਹਨ ਨੌ, ਉਹ ਵੀ ਬੜੇ ਕਰਾਲ ਸਨ, ਬੜੇ ਲੰਮੇ ਲੰਮੇ ਨਖ ਨੌ ਸਨ। ਹੋਰ ਨਾਸਕਾ ਰੱਜੂ ਪਾਈ। ਤੇ ਰਿੱਛ ਦੀਆਂ ਨਾਸਾਂ ਜਿਹੜੀਆਂ ਉਹ ਪਾੜ ਕੇ, ਨਾਸਾਂ ਵਿੱਚ ਛੇਕ ਕਰਕੇ ਤੇ ਰੱਸੀ ਪਾਈ ਹੋਈ ਸੀ, ਨਥੇਲ ਪਾਈ ਹੋਈ ਸੀ। ਇਸ ਤਰ੍ਹਾਂ ਉਹ ਰਿੱਛ ਨੂੰ ਵਸ ਕੀਤਾ ਹੋਇਆ ਸੀ ਕਲੰਦਰ ਨੇ। ਚਰਮ ਕਲੰਦਰ ਤਾਨ ਲਪਟਾਈ। ਤੇ ਕਲੰਦਰ ਨੇ ਵੀ, ਜਿਹੜਾ ਰਿੱਛ ਨੂੰ ਨਚਾਉਣ ਵਾਲਾ ਸੀ ਨਾ, ਉਹ ਕਲੰਦਰ ਨੇ ਵੀ ਆਪਣਾ ਜਿਹੜਾ ਤਨ ਹੈ ਉਹ ਲਪੇਟਿਆ ਹੋਇਆ ਸੀ। ਆਪਣਾ ਤਨ ਜਿਹੜਾ ਹੈ ਉਹਦੇ ਆਲੇ ਦੁਆਲੇ ਵੀ ਚੰਮ ਲਪੇਟਿਆ ਹੋਇਆ ਸੀ। ਲਕਟੀ ਹੱਥ ਡਰਾਵਨ ਕਾਰਨ। ਤੇ ਹੱਥ ਦੇ ਵਿੱਚ ਉਹਨੇ ਲਕਟੀ ਨਾਮ ਸੋਟੀ ਫੜੀ ਹੋਈ ਸੀ, ਰਿੱਛ ਨੂੰ ਡਰਾਉਣ ਵਾਸਤੇ। ਆਪਣੇ ਸਰੀਰ ਤੇ ਵੀ ਜਿਹੜਾ ਲਿਬਾਸ ਉਹਨੇ ਪਾਇਆ ਸੀ ਨਾ, ਉਹ ਵੀ ਜਿਵੇਂ ਮਨ ਇਹ ਵੀ ਰਿੱਛ ਹੀ ਹੁੰਦਾ। ਕਲੰਦਰ ਨੇ ਵੀ ਇਉਂ ਹੀ ਚੰਮ ਲਪੇਟਿਆ ਸੀ, ਵਾਲਾਂ ਵਾਲਾ ਚੰਮ ਸਰੀਰ ਤੇ ਉਹ ਵੀ ਭਾਲੂ ਜਿਹਾ ਲੱਗਦਾ ਸੀ। ਤੇ ਰਿੱਛ ਤੇ ਹੈ ਹੀ ਸੀ ਨਾਲ। ਸੋ ਹੱਥ ਵਿੱਚ ਸੋਟੀ ਹੈ ਰਿੱਛ ਨੂੰ ਡਰਾਉਣ ਵਾਸਤੇ। ਜਬ ਹੈ ਦਿਖਾਏ ਕਰ ਹੈ ਭਵ ਕਾਰਨ। ਤੇ ਜਦੋਂ ਸੋਟੀ ਵਿਖਾਉਂਦਾ ਹੈ ਰਿੱਛ ਨੂੰ ਕਲੰਦਰ, ਤੇ ਜਿਹੜਾ ਰਿੱਛ ਹੈ
ਉਹ ਭਬਕਾਰਦਾ ਹੈ, ਅੱਗੋਂ ਘੂਰਦਾ ਹੈ। ਸ਼੍ਰੀ ਸਤਿਗੁਰ ਕੀ ਦ੍ਰਿਸ਼ਟ ਅਗਾਰੀ। ਸਤਿਗੁਰੂ ਧੰਨ ਕਲਗੀਧਰ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਦੇ ਅੱਗੋਂ ਸਾਹਮਣੇ ਆ ਗਿਆ ਹੈ ਕਲੰਦਰ। ਲੱਗਿਓ ਦਿਖਾਵਨ ਤਿਹ ਬਲ ਭਾਰੀ। ਤੇ ਰਿਛ ਦਾ ਵੱਡਾ ਬਲ ਸਤਿਗੁਰਾਂ ਨੂੰ ਵਿਖਾਉਣ ਲੱਗ ਪਿਆ। ਕੁਸ਼ਤੀ ਲੱਗੇ ਕਰਨ ਬਲ ਧਰੇ। ਤੇ ਦੋਨੋਂ ਹੀ ਰਿਛ ਤੇ ਜਿਹੜਾ ਕਲੰਦਰ ਹੈ, ਦੋਨੋਂ ਹੀ ਕੁਸ਼ਤੀ ਕਰਨ ਲੱਗ ਪਏ। ਬਲ ਧਾਰਨ ਕਰਕੇ ਵਿਖਾਉਂਦਾ ਸੀ ਥਾਂ ਥਾਂ ਜਾ ਕੇ। ਇਸ ਤਰ੍ਹਾਂ ਕੌਤਕ ਲੋਕੀ ਜਿਹੜੇ ਸਨ ਉਹ ਮਾਇਆ ਦਿੰਦੇ ਸੀ, ਆਪਣਾ ਗੁਜ਼ਰ ਨਿਰਵਾਹ ਕਰਦਾ ਸੀ। ਉਹ ਇਸ ਤਰ੍ਹਾਂ ਦੀ ਉਪਜੀਵਕਾ ਦਾ ਸਾਧਨ ਸੀ ਇਹ ਕਲੰਦਰ ਦਾ। ਸਤਿਗੁਰਾਂ ਦੇ ਸਾਹਮਣੇ ਆਇਆ ਇਹੀ ਇੱਛਾ ਲੈ ਕੇ ਕਿ ਮੈਂ ਇਹ ਕੁਸ਼ਤੀ ਵਿਖਾਵਾਂਗਾ ਤੇ ਮੈਨੂੰ ਕੁਝ ਪ੍ਰਾਪਤ ਹੋਵੇਗਾ। ਸੋ ਸਤਿਗੁਰਾਂ ਦੇ ਸਾਹਮਣੇ ਕੌਤਕ ਵਿਖਾਉਣ ਲੱਗਾ। ਜਿਹੜਾ ਰਿਛ ਹੈ ਤੇ ਕਲੰਦਰ ਦੋਨੋਂ ਹੀ ਕੁਸ਼ਤੀ ਕਰਨ ਲੱਗੇ। ਕਬ ਉਪਰ ਹੋਵਹਿ ਕਬ ਤਰੇ। ਕਦੇ ਕਲੰਦਰ ਰਿਛ ਦੇ ਉੱਤੇ ਹੋ ਜਾਂਦਾ ਹੈ, ਕਦੇ ਰਿਛ ਕਲੰਦਰ ਦੇ ਉੱਤੇ ਹੋ ਜਾਂਦਾ ਹੈ, ਤੇ ਕਦੇ ਰਿਛ ਥੱਲੇ ਹੋ ਜਾਂਦਾ ਕਲੰਦਰ ਦੇ, ਤੇ ਕਦੇ ਕਲੰਦਰ ਰਿਛ ਦੇ ਥੱਲੇ ਹੋ ਜਾਂਦਾ। ਇਉਂ ਕੁਸ਼ਤੀ ਕਰ ਰਹੇ ਹੈ। ਇਤ ਉਤ ਫਿਰਤ ਬੀਚ ਮੈਦਾਨ। ਇੱਧਰ ਉੱਧਰ ਫਿਰ ਰਹੇ ਹਨ ਮੈਦਾਨ ਵਿੱਚ, ਜਿਹੜਾ ਅਖਾੜਾ ਬਣਾ ਲਿਆ ਹੋਇਆ ਕੁਸ਼ਤੀ ਵਾਲਾ। ਵੱਡੇ ਸ਼ਬਦ ਕੋ ਕਰਤ ਭਿਆਨ। ਇਹ ਭਿਅੰਕਰ ਵੱਡੇ ਸ਼ਬਦ ਕਰਦੇ ਆ। ਰਿਛ ਆਪਣੀ ਬੋਲੀ ਵਿੱਚ ਬੋਲਦਾ ਤੇ ਕਲੰਦਰ ਵੀ ਉਸੇ ਤਰ੍ਹਾਂ ਭਾਲੂ ਬਣਿਆ ਹੋਇਆ ਉਹ ਜੀ ਆਵਾਜ਼ ਕੱਢ ਕੇ ਤੇ ਉਹ ਘੂਰਦਾ ਹੈ। ਦੋਹੇ ਪਗ ਪਰ ਭਾਲਕ ਹੋਏ ਖਰੋ। ਤੇ ਜਿਹੜਾ ਭਾਲਕ ਹੈ, ਭਾਲੂ ਹੈ, ਰਿਛ ਹੈ, ਉਹ ਵੀ ਆਪਣੇ ਦੋ ਪੈਰਾਂ ਤੇ ਖਲੋ ਜਾਂਦਾ ਹੈ। ਆਪਸ ਵਿਖੈ ਅੰਕ ਲੈ ਭਰੋ। ਕਲੰਦਰ ਤੇ ਰਿਛ ਦੋਨੋਂ ਹੀ ਆਪਸ ਦੇ ਵਿੱਚ ਅੰਕ ਭਰ ਲੈਂਦੇ ਆ, ਆਪਸ ਦੇ ਵਿੱਚ ਜੱਫੀ ਭਰ ਲੈਂਦੇ ਆ। ਇਸ ਪ੍ਰਕਾਰ ਬਹੁ ਭੋਲ ਦਿਖਾਇਓ। ਇਸ ਤਰ੍ਹਾਂ ਦੋਨਾਂ ਨੇ ਬੜਾ ਘੋਲ ਵਿਖਾਇਆ, ਬੜੀ ਕੁਸ਼ਤੀ ਵਿਖਾਈ। ਸਿੱਖ ਬਿਲੋਕਤ ਕਹਿਤ ਸੁਨਾਇਓ। ਤੇ ਗੁਰਸਿੱਖ ਵੇਖ ਰਹੇ ਸਨ, ਸਤਿਗੁਰੂ ਜੀ ਵੀ ਵੇਖ ਰਹੇ ਐ, ਸਿੱਖ ਵੀ ਵੇਖ ਰਹੇ ਸਨ। ਤੇ ਵੇਖ ਕੇ ਗੁਰਸਿੱਖ ਕਹਿਣ ਲੱਗੇ, ਇਸ ਭਾਲਕ ਕੋ ਵੱਡੋ ਆਕਾਰਾ। ਸਤਿਗੁਰੂ ਜੀ ਵੇਖੋ, ਇਹ ਭਾਲਕ ਦਾ, ਭਾਲੂ ਦਾ ਜਿਹੜਾ ਆਕਾਰ ਹੈ ਬੜਾ ਵੱਡਾ ਹੈ। ਇਹ ਭਾਲੂ, ਇਹ ਜਿਹੜਾ ਰਿਛ ਹੈ ਬੜੇ ਵੱਡੇ ਆਕਾਰ ਵਾਲਾ ਹੈ। ਨਹਿ ਆਸ ਪੂਰਬ ਕਬਹਿ ਨਿਹਾਰਾ। ਇਹੋ ਜਿਹਾ ਵੱਡੇ ਆਕਾਰ ਵਾਲਾ ਭਾਲੂ ਰਿਛ ਪਹਿਲੋਂ ਤੇ ਅਸੀਂ ਕਦੇ ਨਹੀਂ ਵੇਖਿਆ। ਚਮਰਦਾਰ ਕੀਰਤੀਆ ਨਾਮ। ਤੇ ਸਤਿਗੁਰਾਂ ਦੇ ਸੀਸ ਤੇ ਚਵਰ ਚਲਾ ਰਿਹਾ ਸੀ ਭਾਈ ਕੀਰਤੀਆ, ਜੋ ਚਵਰ ਵਰਦਾਰ ਸਿੱਖ ਸੀ। ਹਾਂਡੋ ਚੌਰ ਕਰਤ ਅਬਿਰਾਮ। ਤੇ ਸੁੰਦਰ ਚਵਰ ਹੱਥ ਵਿੱਚ ਲੈ ਕੇ ਸਤਿਗੁਰਾਂ ਦੇ ਸੀਸ ਤੇ ਚਲਾ ਰਿਹਾ ਸੀ। ਓੜਸ ਬਰਸ ਆਰਬਲ ਜਾਹੇ। ਤੇ 16 ਕੁ ਸਾਲਾਂ ਦੀ ਉਮਰ ਸੀ ਜਿਹੜਾ ਭਾਈ ਕੀਰਤੀਆ ਸੀ। ਇਹਦੀ ਉਮਰ ਹਾਲੇ 16-17 ਸਾਲਾਂ ਦੀ ਸੀ। ਭਾਲਕ ਪਿਖਤ ਹਰਖ ਔਰ ਮਾਹੇ। ਤੇ ਭਾਲਕ ਨੂੰ, ਜਦੋਂ ਭਾਲੂ ਨੂੰ ਵੇਖ ਰਿਹਾ ਕੁਸ਼ਤੀ ਕਰਦੇ ਆ ਕਲੰਦਰ ਦੇ ਨਾਲ, ਤੇ ਬੜਾ ਖੁਸ਼ ਹੋ ਰਿਹਾ, ਕਿਉਂਕਿ ਉਮਰ ਹਾਲੇ ਕਿਸ਼ੋਰਾ ਅਵਸਥਾ ਹੀ ਹੈ ਨਾ। ਤੇ ਬੜੀ ਚੰਚਲ ਜਿਹੜੀ ਹੈ ਬਿਰਤੀ ਹੁੰਦੀ ਹੈ ਬਾਲਕ ਅਵਸਥਾ ਜਾਂ ਕਿਸ਼ੋਰਾ ਅਵਸਥਾ ਵਿੱਚ। ਵੇਖ ਵੇਖ ਕੇ ਬਾਕੀ ਵੀ ਸਾਰੇ ਸਿੱਖ ਪ੍ਰਸੰਨ ਹੈ ਤੇ ਇਹ ਹੋਰ ਅਧਿਕ ਖੁਸ਼ ਹੋ ਰਿਹਾ ਭਾਈ ਕੀਰਤੀਆ। ਕਹਿਤ ਭਇਓ ਦੀਰਗਾ ਇਸ ਦੇਹ। ਭਾਈ ਕੀਰਤੀਆ ਵੀ ਕਹਿਣ ਲੱਗਾ,
ਸਤਿਗੁਰੂ ਜੀ ਇਸ ਰਿਛ ਦੀ ਦੇਹ ਬੜੀ ਵੱਡੀ ਹੈ। ਕਿਮ ਗਹਿਲੀ ਨਸ ਇਹ ਦੁਖ ਦੇਹ। ਇਹ ਤੇ ਬੜਾ ਦੁਖਦਾਈ ਹੈ, ਕਿਉਂਕਿ ਬਲਿਸ਼ਟ ਹੈ ਰਿਛ। ਇਹ ਤੇ ਇਹਨੂੰ ਪਾੜ ਸਕਦਾ, ਮਾਰ ਸਕਦਾ ਕਲੰਦਰ ਨੂੰ। ਪਰ ਫਿਰ ਵੀ ਕਲੰਦਰ ਨੇ ਇਹਨੂੰ ਪਕੜਿਆ ਕਿਵੇਂ, ਫੜਿਆ ਕਿਵੇਂ ਹੈ? ਉਹ ਆਗ ਕਰ ਐਸੀ ਗਤ ਹੋਈ। ਕੋਈ ਪਾਪ ਕਰਮ ਕੀਤਾ ਹੋਇਆ ਹੋਣਾ ਇਸ ਰਿਛ ਨੇ ਪਿਛਲੇ ਜਨਮ 'ਚ, ਜਿਸ ਕਰਕੇ ਇਹਦੀ ਇਹ ਗਤੀ ਹੋ ਗਈ, ਇਹਦੀ ਹਾਲਤ ਹੋ ਗਈ ਕਿ ਰਿਛ ਦੀ ਜੂਨ ਵਿੱਚ ਪਿਆ ਹੈ। ਤੇ ਦੂਤੀ ਇਹ ਕਲੰਦਰ ਦੇ ਅਧੀਨ ਹੋਇਆ ਹੈ, ਕਲੰਦਰ ਦੇ ਵਸ ਪਿਆ ਹੋਇਆ ਹੈ। ਸ੍ਰੀ ਸਤਿਗੁਰ ਬਿਨ ਲਖੈ ਨਾ ਕੋਈ। ਪਰ ਇਹ ਤੇ ਸਤਿਗੁਰੂ ਜੀ ਜਾਣ ਸਕਦੇ ਹੈ ਨਾ ਕਿ ਪਿਛਲੇ ਜਨਮ ਵਿੱਚ ਕੀ ਪਾਪ ਜਾਂ ਅਪਰਾਧ ਕਰਮ ਇਸ ਨੇ ਕਮਾਇਆ ਹੋਇਆ ਹੋਵੇਗਾ। ਸਤਿਗੁਰਾਂ ਬਿਨਾਂ ਤੇ ਕੋਈ ਲੱਖ ਨਹੀਂ ਸਕਦਾ, ਜਾਣ ਨਹੀਂ ਸਕਦਾ। ਸਭ ਸਿੱਖਨ ਮਹਿ ਕਰੁਣਾ ਸਾਗਰ। ਸਾਰੇ ਸਿੱਖ ਗੁਰੂ ਹਜ਼ੂਰੀ ਵਿੱਚ ਕੁਝ ਖਲੋਤੇ ਤੇ ਕੁਝ ਬੈਠੇ ਸਨ, ਤੇ ਕਿਰਪਾ ਦੇ ਸਮੁੰਦਰ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਸਾਰਿਆਂ ਸਿੱਖਾਂ ਦੇ ਵਿੱਚ ਕਹਿਣ ਲੱਗੇ। ਤਬ ਮੁਸਕਾਵਤ ਕਹਿਓ ਉਜਾਗਰ। ਸਤਿਗੁਰੂ ਜੀ ਮੁਸਕਰਾਏ ਤੇ ਪ੍ਰਗਟ ਹੀ ਸਤਿਗੁਰਾਂ ਨੇ ਬਚਨ ਕੀਤਾ। ਓ ਕੀਰਤੀਆ ਔਰ ਲਖ ਆਪ। ਹੇ ਭਾਈ ਕੀਰਤੀਆ, ਆਪਣੇ ਹਿਰਦੇ ਵਿੱਚ ਤੂੰ ਵੀ ਲਖ ਲੈ, ਤੂੰ ਵੀ ਵਿਚਾਰ ਲੈ। ਪ੍ਰਥਮ ਜਨਮ ਮਹਿ ਇਹ ਤੁਵ ਬਾਪ। ਇਹ ਜਿਹੜਾ ਰਿਛ ਹੈ ਨਾ, ਇਹ ਪੂਰਵ ਜਨਮ ਵਿੱਚ ਤੇਰਾ ਬਾਪ ਸੀ, ਪੂਰਵ ਜਨਮ ਵਿੱਚ ਤੇਰਾ ਪਿਤਾ ਸੀ ਇਹ ਰਿਛ। ਆਗ ਬਾਡ ਭਾਲਕ ਦੇਹ ਭਇਓ ਹੈ। ਤੇ ਅਗ ਕਾਰਨ, ਪਾਪ ਕਾਰਨ ਇਹ ਜਿਹੜੀ ਭਾਲਕ ਦੀ ਦੇਹ, ਰਿਛ ਦੀ ਦੇਹੀ ਜਿਹੜੀ ਹੈ ਇਸ ਨੂੰ ਮਿਲੀ ਹੈ। ਗਹਿਓ ਇਨਹੁ ਕੇ ਬਸੀ ਥੀਏ ਹੈ। ਤੇ ਪਕੜਿਆ ਹੋਇਆ ਕਲੰਦਰ ਦੇ ਵਸ ਪਿਆ ਹੋਇਆ, ਕਲੰਦਰ ਦੇ ਅਧੀਨ ਹੋਇਆ ਹੈ। ਕੀਰਤੀਆ ਸਮੇਤ ਸਿੱਖ ਤਹਾਂ। ਭਾਈ ਕੀਰਤੀਏ ਦੇ ਸਹਿਤ ਜਿੰਨੇ ਵੀ ਸਿੱਖ ਗੁਰੂ ਹਜ਼ੂਰੀ ਦੇ ਵਿੱਚ ਸਨ, ਮਾਨਿਓ ਸੁਨਤ ਅਚੰਬਾ ਮਹਾ। ਸੁਣ ਕੇ ਸਾਰੇ ਹੈਰਾਨ ਰਹਿ ਗਏ। ਸਾਰਿਆਂ ਦੇ ਮਨ 'ਚ ਬੜੀ ਅਚਰਜਤਾ ਹੋਈ, ਬੜੀ ਹੈਰਾਨੀ ਹੋਈ, ਦੰਗ ਰਹਿ ਗਏ। ਭਾਈ ਕੀਰਤੀਆ ਗੁਰਾਂ ਦਾ ਪਿਆਰਾ ਗੁਰਸਿੱਖ, ਚਬਰਦਾਰ ਗੁਰਸਿੱਖ ਹੈ, ਇਹਦਾ ਪਿਤਾ ਵੀ ਗੁਰਸਿੱਖ ਰਿਹਾ ਹੈ। ਸਤਿਗੁਰੂ ਜੀ ਬਚਨ ਕਰ ਰਹੇ ਹੈ ਕਿ ਭਾਈ ਕੀਰਤੀਏ ਦਾ ਪਿਤਾ ਹੈ। ਹਾਥ ਜੋੜ ਕਰ ਬਿਨੈ ਸੁਨਾਈ। ਦੋਨੋਂ ਹੱਥ ਜੋੜ ਕੇ ਭਾਈ ਕੀਰਤੀਆ ਸਤਿਗੁਰਾਂ ਦੇ ਅੱਗੋਂ ਬੇਨਤੀ ਕਰਦਾ ਤੇ ਕਹਿਣ ਲੱਗਾ। ਸ੍ਰੀ ਸਤਿਗੁਰ ਇਹ ਕਹਾਂ ਅਲਾਈ। ਇਹ ਸਤਿਗੁਰੂ ਪਾਤਸ਼ਾਹ, ਆਪ ਜੀ ਕੀ ਕਹਿ ਰਹੇ ਹੋ? ਪਿਤਾ ਆਪ ਕੇ ਪਾਸ ਸਦੀਵ। ਆਪ ਜੀ ਦੇ ਪਿਤਾ ਗੁਰੂ ਧੰਨ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਕੋਲ, ਉਹਨਾਂ ਦੀ ਹਜ਼ੂਰੀ ਵਿੱਚ ਸਦੀਵ ਹਮੇਸ਼ਾ ਹੀ ਮਾਮ ਪਿਤ ਰਹਿਓ ਸੇਵ ਕਰ ਥੀਵ। ਮੇਰਾ ਪਿਤਾ ਸੇਵਾ ਕਰਦਾ ਰਿਹਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਮੇਰਾ ਪਿਤਾ ਸੇਵਾ ਕਰਦਾ ਰਿਹਾ। ਸੰਗਤ ਕੀ ਅਰਦਾਸ ਕਰੰਤਾ। ਸਿੱਖ ਸੰਗਤਾਂ ਗੁਰੂ ਹਜ਼ੂਰੀ ਵਿੱਚ ਆਉਂਦੀਆਂ ਤੇ ਸੰਗਤਾਂ ਦੀ ਅਰਦਾਸ ਮੇਰਾ ਪਿਤਾ ਗੁਰੂ ਚਰਨਾਂ ਕਮਲਾਂ ਵਿੱਚ ਕਰਦਾ ਸੀ। ਜੋ ਪ੍ਰਸ਼ਾਦ ਹੋਏ ਸੋ ਬਰਤੰਤਾ। ਤੇ ਜੋ ਸੰਗਤਾਂ ਪ੍ਰਸ਼ਾਦ ਲਿਆਉਂਦੀਆਂ, ਜੋ ਕੋਈ ਗੁੜ, ਕੋਈ ਮਠਿਆਈ, ਕੋਈ ਹੋਰ ਪਕਵਾਨ ਲੈ ਕੇ ਆਉਂਦੀਆਂ ਸੰਗਤਾਂ, ਉਹ ਵੀ ਸੰਗਤ 'ਚ ਵਰਤਾਉਂਦਾ।
ਜਾਂ ਫਿਰ ਗੁਰੂ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲੱਗਦਾ ਤੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਮੇਰਾ ਪਿਤਾ ਹੀ ਸੰਗਤ ਵਿੱਚ ਵਰਤਾਉਂਦਾ। ਰਹਿਤ ਹਜ਼ੂਰ ਕਰਤ ਨਿਤ ਸੇਵਾ। ਹਮੇਸ਼ਾ ਆਪ ਜੀ ਦੇ ਪਿਤਾ ਜੀ ਭਾਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਕਰਦਾ ਰਿਹਾ ਮੇਰਾ ਪਿਤਾ। ਨੌਵੇਂ ਪਾਤਸ਼ਾਹ ਗੁਰਦੇਵਾ। ਤਿਆਗ ਤੇ ਵੈਰਾਗ ਦੀ ਮੂਰਤ ਨੌਵੇਂ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਕਰਿਓ ਹਜ਼ਾਰਾਂ ਕੋ ਕਲਿਆਣਾ। ਜਿਨ੍ਹਾਂ ਨੇ ਹਜ਼ਾਰਾਂ ਹੀ ਸਿੱਖਾਂ ਦੀ ਸੇਵਕਾਂ ਦੀ ਕਲਿਆਣ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਨੇ ਹਜ਼ਾਰਾਂ ਹੀ ਸੇਵਕਾਂ ਨੂੰ ਭਵਸਾਗਰ ਤੋਂ ਪਾਰ ਕੀਤਾ। ਤਿਨ ਕੋ ਸੇਵਤ ਰਹਿਓ ਮਹਾਨਾ। ਤੇ ਉਹਨਾਂ ਦੀ ਸੇਵਾ ਕਰਦਾ ਰਿਹਾ ਮੇਰਾ ਪਿਤਾ, ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਿਹਾ ਮੇਰਾ ਪਿਤਾ। ਜੇ ਤਿਸ ਕੋ ਐਸੋ ਫਲ ਭਇਓ। ਤੇ ਜੇ ਸਤਿਗੁਰਾਂ ਦੀ ਸੇਵਾ ਦਾ ਮੇਰੇ ਪਿਤਾ ਨੂੰ ਇਹ ਫਲ ਪ੍ਰਾਪਤ ਹੋਇਆ ਹੈ ਕਿ ਉਹ ਸੇਵਾ ਦੇ ਫਲ ਇਵਜ ਰਿਛ ਦੀ ਜੂਨ ਮਿਲੀ ਹੈ। ਮਾਨੁਖ ਤਨ ਤੇ ਭਾਲਕ ਥਿਓ। ਮਨੁੱਖਾ ਤਨ ਬਦਲ ਕੇ ਤੇ ਭਾਲਕ ਦੀ ਰਿਛ ਦੀ ਜੂਨ ਮਿਲ ਗਈ ਹੈ ਮੇਰੇ ਪਿਤਾ ਨੂੰ। ਗੁਰੂ ਦੀ ਸੇਵਾ ਦਾ ਇਹ ਫਲ ਮਿਲਿਆ ਮੇਰੇ ਪਿਤਾ ਨੂੰ ਕਿ ਮਨੁੱਖ ਤੋਂ ਰਿਛ ਹੋ ਗਿਆ ਹੈ। ਇਸ ਗੁਰ ਕੇ ਸਪੂਤ ਹੋ ਆਪ। ਤੇ ਉਹਨਾਂ ਹੀ ਸਤਿਗੁਰਾਂ ਦੇ ਸ੍ਰੇਸ਼ਟ ਸੁਪੁੱਤਰ ਹੋ ਆਪ। ਹੇ ਕਲਗੀਧਰ ਪਾਤਸ਼ਾਹ ਸੇਵਤ ਹੋ ਤੋ ਜਿਨਹੁ ਮਮ ਬਾਪ। ਜਿਨ੍ਹਾਂ ਦੇ ਕੋਲ ਮੇਰਾ ਪਿਤਾ ਸੇਵਾ ਕਰਦਾ ਸੀ ਉਹਨਾਂ ਸਤਿਗੁਰਾਂ ਦੇ ਆਪ ਫਰਜ਼ੰਦ, ਉਹਨਾਂ ਦੇ ਆਪ ਪੁੱਤਰ ਹੋ। ਸੋ ਭਾਲਕ ਤਨ ਭਾ ਇਮ ਪਨਿਓ। ਤੁਸੀਂ ਕਹਿ ਰਹੇ ਹੋ ਕਿ ਤੇਰਾ ਪਿਤਾ ਇਹ ਭਾਲਕ ਬਣਿਆ ਹੈ, ਭਾਲੂ ਬਣਿਆ, ਰਿਛ ਬਣਿਆ। ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੇਵਾ ਦੇ ਫਲ ਵਿੱਚ ਮੇਰੇ ਪਿਤਾ ਨੂੰ ਮਨੁੱਖ ਦੇਹੀ ਤੋਂ ਭਾਲੂ ਦੀ ਜੂਨ, ਰਿਛ ਦੀ ਜੂਨ ਮਿਲ ਗਈ ਹੈ। ਮੁਝ ਕੋ ਬੰਦਰ ਚਾਹੀਤ ਬਨਿਓ। ਤੇ ਫਿਰ ਮੈਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ, ਮੈਨੂੰ ਬਾਂਦਰ ਦੀ ਜੂਨ ਮਿਲਣੀ ਚਾਹੀਦੀ ਹੈ, ਫਿਰ ਤੇ ਮੈਂ ਬਾਂਦਰ ਬਣਾਂਗਾ। ਰਾਵਰ ਕੀ ਸੇਵਾ ਫਲ ਐਸੇ। ਤੇ ਆਪ ਜੀ ਦੀ ਸੇਵਾ ਦਾ, ਗੁਰੂ ਦੀ ਸੇਵਾ ਦਾ ਜੇ ਇਹੀ ਫਲ ਪ੍ਰਾਪਤ ਹੁੰਦਾ ਹੈ। ਮਾਨੁਖ ਲਖ ਹੈ ਕਰ ਹੈ ਤਬ ਕੈਸੇ। ਜੇ ਮਨੁੱਖ ਸੰਸਾਰੀ ਜੀਵ ਲਖਣਗੇ, ਜਾਣਨਗੇ ਕਿ ਗੁਰੂ ਦੀ ਸੇਵਾ ਕਰਨ ਵਾਲਾ ਸਿੱਖ ਸੇਵਾ ਕਰਕੇ ਭਾਲੂ ਬਣ ਗਿਆ ਸੀ, ਜਾਂ ਹੁਣ ਮੈਂ ਸੇਵਾ ਕਰਦਾ ਹਾਂ ਤੇ ਮੈਂ ਬੰਦਰ ਬਣ ਜਾਵਾਂਗਾ, ਤੇ ਇਹ ਗੱਲ ਲੱਖ ਕੇ ਗੁਰੂਦੇਵ ਫਿਰ ਕੌਣ ਗੁਰੂ ਦੀ ਸੇਵਾ ਆ ਕੇ ਕਮਾਵੇਗਾ? ਕੌਣ ਗੁਰੂ ਦੀ ਸੇਵਾ ਵਿੱਚ ਹਾਜ਼ਰ ਹੋਵੇਗਾ? ਕੌਣ ਗੁਰੂ ਦੀ ਸੇਵਾ ਕਰੇਗਾ? ਉੱਤਮ ਪਦ ਮੁਕਤੀ ਲਓ ਜੋਏ। ਸਿੱਖ ਤੇ ਉੱਤਮ ਪਦਵੀ ਪ੍ਰਾਪਤ ਕਰਨਾ ਚਾਹੁੰਦੇ ਗੁਰੂ ਦੀ ਸੇਵਾ ਕਮਾ ਕੇ, ਕਿ ਸਤਿਗੁਰਾਂ ਦੀ ਸੇਵਾ ਕਰਾਂਗੇ ਤੇ ਮੁਕਤੀ ਆਦ ਉੱਚੀ ਪਦਵੀ ਜਿਹੜੀ ਹੈ ਇਹ ਸਾਨੂੰ ਹਾਸਲ ਹੋਵੇਗੀ। ਚਾਹਤ ਨਰ ਸੋ ਸੇਵਕ ਹੋਏ। ਜਿਹੜਾ ਮੁਕਤੀ ਚਾਹੁੰਦਾ ਹੈ, ਸਭ ਤੋਂ ਉੱਤਮ ਪਦਵੀ ਪ੍ਰਾਪਤ ਕਰਨਾ ਚਾਹੁੰਦਾ ਹੈ, ਉਹ ਗੁਰੂ ਦੀ ਸੇਵਾ ਵਿੱਚ ਆ ਕੇ ਹਾਜ਼ਰ ਹੁੰਦਾ ਹੈ, ਉਹ ਗੁਰੂ ਦੀ ਸੇਵਾ ਕਮਾਉਂਦਾ ਹੈ। ਜੇ ਪ੍ਰਾਪਤ ਹੋਏ ਫਲ ਵਿਪਰੀਤ। ਤੇ ਜੇ ਉਲਟ ਫਲ ਹੀ ਪ੍ਰਾਪਤ ਹੋਣਾ, ਮਨੁੱਖਾ ਦੇਹੀ ਤੋਂ ਟੇਢੀਆਂ ਜੂਨਾਂ ਵਿੱਚ ਹੀ ਜਾਣ ਦਾ ਇਹ ਫਲ ਮਿਲਣਾ ਗੁਰੂ ਦੀ ਸੇਵਾ ਦਾ। ਨਹਿ ਸੇਵਹਿ ਤੁਮ ਕੋ ਡਰ ਚੀਤ। ਦੁਰੇ ਪੜੋ ਜੀ।
ਨਹਿ ਸੇਵਹਿ ਤੁਮ ਕੋ ਡਰ ਚੀਤ। ਤਾਂ ਫਿਰ ਚਿੱਤ ਵਿੱਚ ਡਰ ਧਾਰਨ ਕਰਕੇ ਸਿੱਖ ਥੋੜੀ ਨਾ ਆਪ ਜੀ ਦੀ ਸੇਵਾ ਕਮਾਉਣਗੇ। ਜਦੋਂ ਇਹ ਗੱਲ ਦਾ ਸਿੱਖਾਂ ਨੂੰ ਪਤਾ ਲੱਗੇਗਾ ਕਿ ਸੇਵਾ ਦੇ ਫਲ ਵਿੱਚ ਮਨੁੱਖ ਤੋਂ ਰਿੱਛ, ਬੰਦਰ, ਹੋਰ ਚਮਗਿੱਦੜ ਆਦਿ ਟੇਡੀਆਂ ਜੂਨਾਂ ਮਿਲਦੀਆਂ, ਫਿਰ ਕਿਉਂ ਸਿੱਖ ਸੇਵਾ ਕਮਾਉਣਗੇ ਗੁਰੂ ਦੀ? ਨਹੀਂ ਸੇਵਾ ਵਿੱਚ ਆ ਕੇ ਹਾਜ਼ਰ ਹੋਣਗੇ। ਸਿੱਖਨ ਗਨ ਕੇ ਆਸ਼ਰੈ ਅਹੋ। ਸਮੂਹ ਸਿੱਖਾਂ ਦੇ ਤੁਸੀਂ ਆਸਰਾ ਹੋ। ਸਮੂਹ ਸਿੱਖਾਂ ਨੂੰ ਤੁਹਾਡਾ ਹੀ ਆਧਾਰ ਹੈ, ਤੁਹਾਡਾ ਹੀ ਆਸਰਾ ਹੈ। ਓ ਕਾਰਨ ਭਾ ਸ਼੍ਰੀ ਗੁਰ ਕਹੋ। ਸਤਿਗੁਰੂ ਜੀ ਕੀ ਕਾਰਨ ਹੋਇਆ? ਕਿਉਂਕਿ ਆਪ ਜੀ ਦੇ ਬਚਨ ਮਿਥਿਆ ਹੋ ਨਹੀਂ ਸਕਦੇ। ਆਪ ਕਹਿ ਰਹੇ ਹੋ ਕਿ ਇਹ ਰਿੱਛ ਤੇਰਾ ਪਿਤਾ ਹੈ ਤੇ ਅਵੱਛ ਹੀ ਮੇਰਾ ਪਿਤਾ ਹੀ ਹੈ, ਪਰ ਇਹ ਕਿਸ ਤਰ੍ਹਾਂ ਰਿੱਛ ਬਣ ਗਿਆ ਮੇਰਾ ਪਿਤਾ? ਇਹਦਾ ਕਾਰਨ ਆਪ ਦੱਸਣਾ ਕਰੋ। ਸਿੱਖ ਗੁਰਦਾਸ ਨਾਮ ਇਸ ਕੇਰ। ਮੇਰੇ ਪਿਤਾ ਦਾ ਤੇ ਨਾਮ ਵੀ ਗੁਰਦਾਸ ਸੀ, ਗੁਰਾਂ ਦਾ ਦਾਸ ਵੀ ਸੀ, ਸੇਵਾ ਵੀ ਕਰਦਾ ਸੀ ਦਾਸ ਬਣ ਕੇ, ਤੇ ਨਾਮ ਵੀ ਗੁਰਦਾਸ ਸੀ। ਰਾਖੋ ਜਹ ਕਹਿ ਲਾਜ ਕਨੇਰ। ਸਤਿਗੁਰੂ ਜੀ ਜਿੱਥੇ ਕਿੱਥੇ ਲੋਕ ਪ੍ਰਲੋਕ ਦੇ ਵਿੱਚ ਤੇ ਲੱਜਿਆ ਤੁਸੀਂ ਰੱਖਦੇ ਹੋ ਨਾ ਸਿੱਖਾਂ ਨੂੰ, ਤੇ ਲੋਕ ਪ੍ਰਲੋਕ ਵਿੱਚ ਤੁਹਾਡਾ ਹੀ ਆਸਰਾ ਹੈ। ਜਾਂ ਤੇ ਕਰੁਣਾ ਕਰਹੁ ਸੁਨਾਵਹੁ। ਇਸ ਵਾਸਤੇ ਨਾਲੇ ਤੇ ਕਿਰਪਾ ਕਰੋ ਤੇ ਇਹ ਪ੍ਰਸੰਗ ਸੁਣਾਓ ਕਿ ਮੇਰਾ ਪਿਤਾ ਸਿੱਖ ਜੋ ਮਨੁੱਖ ਜੂਨੀ ਵਿੱਚ ਸੀ, ਉਹ ਰਿੱਛ ਕਿਵੇਂ ਬਣ ਗਿਆ? ਪੁਨਹ ਜੂਨ ਦੁਖ ਤੇ ਛੁਟਵਾਵਹੁ। ਤੇ ਫਿਰ ਇਹ ਦੁਖਦਾਈ ਜਿਹੜੀ ਟੇਢੀ ਜੂਨ ਹੈ, ਇਹਦੇ ਵਿੱਚੋਂ ਮੇਰੇ ਪਿਤਾ ਨੂੰ ਛੁਡਾ ਦਿਓ, ਮੇਰੇ ਪਿਤਾ ਨੂੰ ਮੁਕਤ ਕਰਵਾ ਦਿਓ। ਆਸ਼ੈ ਸਭ ਸਿੱਖਨ ਕੋ ਔਰ ਨਾ। ਸਾਰੇ ਸਿੱਖਾਂ ਦਾ ਹੋਰ ਕੋਈ ਆਛੈ ਸਿਧਾਂਤ ਲਖਸ਼ ਨਹੀਂ ਹੈ। ਤੁਮ ਬਿਨ ਸ਼੍ਰੇ ਪਾਏ ਕੇ ਠੌਰ ਨਾ। ਕਿਉਂਕਿ ਆਪ ਜੀ ਤੋਂ ਬਿਨਾਂ ਕੋਈ ਦੂਜਾ ਸਥਾਨ ਤਿੰਨਾਂ ਲੋਕਾਂ ਵਿੱਚ ਨਹੀਂ ਹੈ ਜਿੱਥੇ ਜਾ ਕੇ ਸ਼੍ਰੇ ਪ੍ਰਾਪਤ ਕੀਤੀ ਜਾ ਸਕੇ, ਜਿੱਥੇ ਜਾ ਕੇ ਮੁਕਤੀ ਪ੍ਰਾਪਤ ਕੀਤੀ ਜਾ ਸਕੇ। ਕੇਵਲ ਤੇ ਕੇਵਲ ਧੰਨ ਗੁਰੂ ਨਾਨਕ ਦੇਵ ਜੀ ਦਾ ਉਹ ਦਰ ਹੈ, ਉਹ ਘਰ ਹੈ, ਜਿੱਥੇ ਭੁੱਲੇ ਭਟਕਿਆਂ ਨੂੰ ਸਰਾਪਿਆਂ ਤੇ ਟੇਢੀਆਂ ਜੂਨਾਂ ਵਿੱਚ ਪਿਆਂ ਹੋਇਆਂ ਨੂੰ ਮੁਕਤੀ ਦੀਆਂ ਦਾਤਾਂ ਮਿਲਦੀਆਂ। ਧੰਨ ਗੁਰੂ ਨਾਨਕ ਦੇਵ ਜੀ ਦੀਆਂ ਕਥਾਵਾਂ ਅਸੀਂ ਗੁਰਸਿੱਖਾਂ ਮੁਖ ਤੋਂ ਗੁਰੂਦੇਵ ਸੁਣੀਐ ਕਿ ਕਿਸ ਤਰ੍ਹਾਂ ਜਨਕ ਦੇ ਸਰਾਪੇ ਹੋਏ ਵੱਡੇ ਵੱਡੇ ਮੱਛ ਦੀਆਂ ਜੂਨਾਂ ਵਿੱਚ ਪਏ ਤਪਸਵੀਆਂ ਨੂੰ ਧੰਨ ਗੁਰੂ ਨਾਨਕ ਦੇਵ ਜੀ ਨੇ ਕਲਿਆਣ ਦੀਆਂ ਦਾਤਾਂ ਬਖਸ਼ੀਆਂ। ਕਿਸ ਤਰ੍ਹਾਂ ਆਪਣੇ ਗੁਰੂ ਵੱਲੋਂ ਸਰਾਪੇ ਹੋਏ ਮਹਾਨ ਵਿਦਵਾਨ ਆਲਮ ਫਾਜ਼ਲ ਬਣੇ ਹੋਏ ਕੌਡੇ ਰਾਖਸ਼ ਬਣ ਗਏ ਗੁਰੂ ਦੇ ਸਰਾਪੇ, ਆਪਣੇ ਗੁਰੂ ਵਿਦਿਆ ਗੁਰੂ ਦੇ ਸਰਾਪੇ ਹੋਏ, ਤੇ ਉਹਨਾਂ ਕੌਡੇ ਰਾਖਸ਼ ਵਰਗਿਆਂ ਦਾ ਉਧਾਰ ਧੰਨ ਗੁਰੂ ਨਾਨਕ ਦੇਵ ਜੀ ਨੇ ਕੀਤਾ। ਦੇਵਲੂਤ ਵਰਗੇ ਰਾਖਸ਼ ਬਣੇ ਹੋਏ ਸਰਾਪੇ ਗੁਰਾਂ ਨੇ ਭਵ ਸਾਗਰ ਤੋਂ ਤਾਰੇ। ਸੋ ਇੱਕੋ ਹੀ ਦਰ ਹੈ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ, ਜਿੱਥੇ ਭੁੱਲਿਆਂ ਭਟਕਿਆਂ ਸਰਾਪਿਆਂ ਟੇਢੀਆਂ ਜੂਨਾਂ ਵਿੱਚ ਪਿਆਂ ਹੋਇਆਂ ਨੂੰ ਵੀ ਗੁਰੂ ਕਲਿਆਣ ਦੀ ਦਾਤ ਮੁਕਤੀ ਦੀ ਦਾਤ ਬਖਸ਼ਦੇ ਹੈ। ਸੋ ਇਹ ਗੁਰਦੇਵ, ਜੇਕਰ ਇਹ ਮੇਰਾ ਪਿਤਾ ਹੈ ਤੇ ਰਿੱਛ ਦੀ ਜੂਨੇ ਪਿਆ ਹੋਇਆ, ਕਿਉਂ ਪਿਆ ਇਹ ਕਾਰਨ ਵੀ ਕਿਰਪਾ ਦੱਸੋ। ਤੇ ਫਿਰ ਜੇ ਪਿਆ ਹੀ ਹੈ ਤੇ ਤੁਹਾਡੀ ਸ਼ਰਨ ਵਿੱਚ ਪਿਆ ਹੈ, ਮੈਂ ਵੀ ਬਿਨੈ ਕਰਦਾ ਹਾਂ
ਮੇਰੇ ਪਿਤਾ ਦੀ ਕਲਿਆਣ ਕਰ ਦਿਓ। ਤੁਹਾਡਾ ਹੀ ਆਸਰਾ ਲੋਕ ਪਰਲੋਕ ਵਿੱਚ ਮੇਰੇ ਪਿਤਾ ਦਾ ਉਧਾਰ ਕਰ ਦਿਓ। ਸ੍ਰੀ ਸਤਿਗੁਰ ਤਬ ਸਰਬ ਸੁਨਾਈ। ਭਾਈ ਕੀਰਤੀਏ ਦੇ ਸਨਿਮਰ ਇਸ ਤਰ੍ਹਾਂ ਦੇ ਬਚਨ ਸੁਣੇ ਸਤਿਗੁਰਾਂ ਨੇ, ਤੇ ਫਿਰ ਸਾਰਾ ਪ੍ਰਸੰਗ ਸਾਰੇ ਸਿੱਖਾਂ ਨੂੰ ਸੁਣਾਇਆ। ਤੋਹੇ ਪਿਤਾ ਇਮ ਜੂਨੀ ਪਾਈ। ਇਹ ਭਾਈ ਕੀਰਤੀਏ, ਤੇਰੇ ਪਿਤਾ ਨੇ ਇਸ ਕਾਰਨ ਕਰਕੇ ਇਹ ਰਿਛ ਦੀ ਜੂਨੀ ਪਾਈ ਹੈ। ਸੁਣ, ਪੰਚਾਮ੍ਰਿਤ ਆਇਓ ਗੁਰ ਪਾਸਾ। ਇੱਕ ਵਾਰੀ ਦੀ ਗੱਲ ਹੈ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦੀ ਦੇਗ ਸੰਗਤਾਂ ਕਰਕੇ ਲਿਆਈਆਂ। ਖੁੱਲੀ ਦੇਗ ਗੁਰੂ ਹਜ਼ੂਰੀ ਵਿੱਚ ਆਈ। ਤੋਵ ਪਿਤ ਨੇ ਕਰ ਕੈ ਅਰਦਾਸਾ। ਤੇ ਤੇਰੇ ਪਿਤਾ ਨੇ ਸੰਗਤ ਵੱਲੋਂ ਆਈ ਹੋਈ ਜਿਹੜੀ ਦੇਗ ਸੀ ਉਹਦੀ ਅਰਦਾਸ ਗੁਰੂ ਚਰਨਾਂ ਕਮਲਾਂ ਵਿੱਚ ਕੀਤੀ। ਬਰਤਾਵਨ ਲਗ ਸੰਗਤ ਮਾਹੀ। ਤੇ ਅਰਦਾਸ ਕਰਕੇ ਤੇ ਕੜਾਹ ਪ੍ਰਸ਼ਾਦੀ ਦੇਗ ਸੰਗਤ ਵਿੱਚ ਵਰਤਾਉਣ ਲੱਗ ਪਿਆ। ਦੀਵਾਨ ਭਰਿਆ ਹੋਇਆ ਸੀ, ਪੰਡਾਲ ਭਰਿਆ ਹੋਇਆ ਸੀ, ਤੇ ਸੰਗਤ ਵਿੱਚ ਪ੍ਰਸ਼ਾਦ ਤੇਰਾ ਪਿਤਾ ਜੀ ਦਾ ਨਾਮ ਭਾਈ ਗੁਰਦਾਸ ਸੀ, ਉਹ ਵਰਤਾਉਣ ਲੱਗ ਪਿਆ। ਸਨੇ ਸਨੇ ਦੇਤੇ ਸਭ ਪਾਹੀ। ਤੇ ਹੌਲੀ ਹੌਲੀ ਉਹ ਸਾਰਿਆਂ ਨੂੰ ਵਰਤਾ ਰਿਹਾ ਸੀ। ਗੋੜ ਲਾਦੇ ਗਾਡੇ ਮਹਿ ਕੋਏ। ਤੇ ਕੋਈ ਇੱਕ ਹੋਰ ਗੁਰਸਿੱਖ ਜਿਨੇ ਗੱਡੇ ਤੇ ਗੁੜ ਲੱਦਿਆ ਹੋਇਆ ਸੀ, ਤਹਿ ਮਾਰਗ ਆਇਓ ਚੱਲ ਸੋਏ। ਉਹ ਉਸੇ ਮਾਰਗ ਰਾਹੀਂ ਚੱਲ ਕੇ ਆਇਆ ਜਿੱਥੇ ਗੁਰਾਂ ਦਾ ਪੜਾਅ ਲੱਗਾ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਤੇ ਸੰਗਤਾਂ ਗੁਰੂ ਹਜ਼ੂਰੀ ਵਿੱਚ ਸਜੀਆਂ ਸਨ, ਕੜਾਹ ਪ੍ਰਸ਼ਾਦੀ ਦੇਗ ਵਰਤ ਰਹੀ ਸੀ। ਤੇ ਇੱਕ ਹੋਰ ਗੁਰਸਿੱਖ ਜੋ ਗੱਡੇ ਤੇ ਗੁੜ ਲੱਦਿਆ ਤੇ ਉੱਥੋਂ ਦੀ ਲੰਘ ਰਿਹਾ ਸੀ। ਗੁਰ ਉਤਰੇ ਸੁਨ ਕੈ ਸਿੱਖ ਕਾਨ। ਸਿੱਖ ਨੂੰ ਪਤਾ ਲੱਗਾ, ਇਹ ਆਵਾਜ਼ ਸੁਣੀ ਕੰਨਾਂ ਵਿੱਚ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਇੱਥੇ ਪੜਾਅ ਲੱਗਾ, ਗੁਰਦੇਵ ਇੱਥੇ ਉਤਰੇ ਹੋਏ ਹੈ। ਇੱਕ ਭੇਲੀ ਲੈ ਕਰ ਨਿਜ ਪਾਨ। ਤੇ ਉਹਨੇ ਇੱਕ ਭੇਲੀ, ਇੱਕ ਗੁੜ ਦੀ ਰੋੜੀ ਹੱਥ ਵਿੱਚ ਪਕੜ ਲਈ। ਬੌਲ ਗੱਡੀ ਸੀ ਉਹਦੇ ਕੋਲ, ਹੌਲੀ ਹੌਲੀ ਚੱਲ ਰਹੀ ਸੀ। ਉਹਨੇ ਬੌਲ ਗੱਡੀ ਨੂੰ ਰੋਕਿਆ ਨਹੀਂ ਕਿ ਚਲੋ ਮੈਂ ਦਰਸ਼ਨ ਕਰਕੇ ਤੇ ਭੱਜ ਕੇ ਨਾਲ ਮਿਲ ਜਾਵਾਂਗਾ। ਉਹ ਬੈਲ ਗੱਡੀ ਚੱਲਦੀ ਰਹੀ, ਬੈਲ ਨੂੰ ਰੋਕਿਆ ਨਹੀਂ ਤੇ ਉਹਨੇ ਭੇਲੀ ਗੁੜ ਦੀ ਲਈ ਜਿਹੜੀ ਪੇਸੀ ਸੀ ਤੇ ਗੁਰਾਂ ਦੇ ਦਰਸ਼ਨਾਂ ਨੂੰ ਆ ਗਿਆ। ਧਰ ਆਗੇ ਦਰਸ਼ਨ ਗੁਰ ਕਰਿਓ। ਸਤਿਗੁਰਾਂ ਦੇ ਅੱਗੋਂ ਭੇਟਾ ਰੱਖੀ, ਗੁੜ ਦੀ ਰੋੜੀ ਰੱਖੀ ਤੇ ਗੁਰਾਂ ਦੇ ਦਰਸ਼ਨ ਕੀਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ। ਨਮੋ ਕਰਤ ਅਵਨੀ ਸਿਰ ਧਰਿਓ। ਧਰਤੀ ਤੇ ਸਿਰ ਰੱਖ ਕੇ ਗੁਰਾਂ ਨੂੰ ਨਮਸਕਾਰ ਕੀਤੀ। ਕੋਨ ਉਠ ਚੱਲਿਓ ਸੰਭਾਰਨ ਗਾਡੇ। ਤੇ ਫਿਰ ਦਰਸ਼ਨ ਕਰਕੇ ਕੁਝ ਪਲ ਵਾਸਤੇ ਗੁਰੂ ਹਜ਼ੂਰੀ ਵਿੱਚ ਹਾਜ਼ਰੀ ਲਵਾਈ। ਫਿਰ ਉੱਠ ਕੇ ਤੇ ਆਪਣੇ ਗੱਡੇ ਨੂੰ ਸੰਭਾਲਣ ਵਾਸਤੇ ਚੱਲ ਪਿਆ। ਮਾਰਗ ਚਲਤੇ ਆਏ ਜੋ ਛਾਡੇ। ਕਿਉਂਕਿ ਰਸਤੇ ਵਿੱਚ ਗੱਡੇ ਨੂੰ ਚੱਲਦਿਆਂ ਹੀ ਛੱਡ ਕੇ ਆ ਗਿਆ ਸੀ। ਤੋਵ ਪੇਤ ਤਵ ਪ੍ਰਸਾਦ ਵਰਤਾਵੈ। ਤੇ ਹੇ ਭਾਈ ਕੀਰਤੀਆ, ਤੇਰਾ ਪਿਤਾ ਉਦੋਂ ਕੜਾਹ ਪ੍ਰਸ਼ਾਦੀ ਦੇਗ ਵਰਤਾ ਰਿਹਾ ਸੀ ਜਦੋਂ ਇਹ ਗੁਰਸਿੱਖ ਗੁਰਾਂ ਦੇ ਦਰਸ਼ਨਾਂ ਨੂੰ ਗੁੜ ਦੀ ਰੋੜੀ ਲੈ ਕੇ ਆਇਆ। ਸੋ ਸਿੱਖ ਤੇਹ ਢੇਗ ਗਾ ਉਤਲਾਵੈ। ਤੇ ਸਿੱਖ ਨੇ ਵੇਖਿਆ ਗੁਰੂ ਹਜ਼ੂਰੀ ਵਿੱਚ ਪ੍ਰਸ਼ਾਦ ਵਰਤ ਰਿਹਾ, ਉਹ ਬੜੀ ਉਤਾਵਲਤਾ ਦੇ ਨਾਲ ਜਿੱਥੇ ਤੇਰਾ ਪਿਤਾ ਪ੍ਰਸ਼ਾਦ ਵਰਤਾ ਰਿਹਾ ਸੀ ਉੱਥੇ ਅੱਗੇ ਚਲਿਆ ਗਿਆ। ਸੰਗਤ ਦਾ ਪੰਡਾਲ ਭਰਿਆ ਸੀ, ਤੇਰਾ ਪਿਤਾ ਸਭ ਨੂੰ ਪ੍ਰਸ਼ਾਦ ਦੇ ਰਿਹਾ ਸੀ, ਪਰ ਜਿਹੜਾ ਗੁਰਸਿੱਖ ਗੁੜ ਦੀ ਰੋੜੀ ਲੈ ਕੇ ਆਇਆ ਉਹਨੇ ਜਾਣਾ ਸੀ
ਤੇ ਉਹ ਛੇਤੀ ਨਾਲ ਜਿੱਥੇ ਤੇਰਾ ਪਿਤਾ ਪ੍ਰਸ਼ਾਦ ਵਰਤਾਰਿਆ ਸੀ ਉੱਥੇ ਅਗਾਂਹ ਹੋ ਕੇ ਉਹਨੇ ਤੇ ਆਪਣੇ ਹੱਥ ਜਿਹੜੇ ਉਹ ਫੈਲਾਏ ਆ ਪ੍ਰਸ਼ਾਦ ਲੈਣ ਵਾਸਤੇ। ਧੂਰ ਪੰਥ ਕੀ ਜਿਸ ਪਰ ਪਰੀ, ਜਿਹਦੇ ਸਾਰੇ ਸਰੀਰ ਤੇ ਮਾਰਗ ਦੀ ਧੂੜ ਮਿੱਟੀ ਘਟਾ ਪਿਆ ਹੋਇਆ ਸੀ। ਬਦਨ ਸਮਛ ਧੂਸਰ ਸਭ ਕਰੀ, ਬਦਨ ਚਿਹਰਾ ਵੀ ਸ਼ਮਸ਼ ਦਾੜਾ ਵੀ ਸਾਰਾ ਧੂਸਰ ਮਿੱਟੀ ਨਾਲ ਭਰਿਆ ਹੋਇਆ ਸੀ, ਘੱਟੇ ਨਾਲ ਭਰਿਆ ਹੋਇਆ ਸੀ, ਕਿਉਂਕਿ ਕੱਚੇ ਰਾਹ ਹੁੰਦੇ ਸੀ ਉਹਨਾਂ ਸਮਿਆਂ ਵਿੱਚ, ਸੋ ਸਾਰਾ ਉਹ ਘੱਟੇ ਨਾਲ ਭਰਿਆ ਸੀ। ਬਸਤਰਨ ਪਰ ਜਿਸ ਕੇ ਰਾਜਸ਼ਾਹੀ, ਤੇ ਸਾਰੇ ਬਸਤਰਾਂ ਤੇ ਵੀ ਰਾਜ ਜਿਹੜੀ ਮਿੱਟੀ ਘੱਟਾ ਹੈ ਉਹ ਛਾਇਆ ਹੋਇਆ ਸੀ, ਭਰਿਆ ਹੋਇਆ ਸੀ। ਸਕਟ ਚੱਕਰ ਪਾਗ ਬ੍ਰਿਖਬ ਉਠਾਈ, ਇੱਕ ਤਾਂ ਸਕਟ ਗੱਡੇ ਦੇ ਜਿਹੜੇ ਚੱਕਰ ਪਹੀਏ ਸਨ ਉਹਨਾਂ ਨਾਲ ਮਿੱਟੀ ਘੱਟਾ ਬੜਾ ਉੱਡ ਰਿਹਾ ਸੀ। ਫਿਰ ਬ੍ਰਿਖਬ ਪੱਗ ਬੌਲ ਦੇ ਜਿਹੜੇ ਪੈਰ ਹੈ ਉਹਨਾਂ ਨਾਲ ਵੀ ਘੱਟਾ ਉੱਡ ਰਿਹਾ ਸੀ, ਤੇ ਉਹ ਘੱਟਾ ਉੱਡ ਉੱਡ ਕੇ ਤੇ ਇਹ ਸਿੱਖ ਤੇ ਪਿਆ ਹੋਇਆ ਸੀ। ਦੋਹੇ ਪਿਤਾ ਤੇ ਜਾਚਨ ਕਰਿਓ, ਤੇ ਸਿੱਖ ਨੇ ਗਾਂਹ ਹੋ ਕੇ ਤੇਰੇ ਪਿਤਾ ਕੋਲੋਂ ਪ੍ਰਸ਼ਾਦ ਜਾਚਿਆ, ਪ੍ਰਸ਼ਾਦ ਮੰਗਿਆ। ਨਹੀਂ ਕਛੂ ਤਿਸ ਕੇ ਕਰ ਧਰਿਓ, ਪਰ ਤੇਰੇ ਪਿਤਾ ਨੇ ਉਸ ਗੁਰਸਿੱਖ ਦੇ ਹੱਥ ਤੇ ਪ੍ਰਸ਼ਾਦ ਰੱਖਿਆ ਹੀ ਨਹੀਂ। ਪੁਨਹ ਨਿਕਟ ਹੋਏ ਮੰਗਿਓ ਕੁਨ ਕਾ, ਤੇ ਗਾਂਹ ਚਲੇ ਗਿਆ ਵਰਤਾਉਂਦਾ ਵਰਤਾਉਂਦਾ। ਇਹ ਸਿੱਖ ਫਿਰ ਗਾਂਹ ਹੋਇਆ, ਜਿੱਥੇ ਉਹ ਵਰਤਾਰਿਆ ਸੀ ਫਿਰ ਗਾਂਹ ਹੋ ਕੇ ਹੱਥ ਅੱਡੇ ਪ੍ਰਸ਼ਾਦ ਲੈਣ ਵਾਸਤੇ। ਤੇਰੇ ਪਿਤਾ ਨੇ ਉੱਥੇ ਵੀ ਪ੍ਰਸ਼ਾਦ ਨਾ ਦਿੱਤਾ, ਗਾਂਹ ਚਲੇ ਗਿਆ। ਇਹ ਗੁਰਸਿੱਖ ਫਿਰ ਗਾਂਹ ਹੋਇਆ, ਮਨ 'ਚ ਸੋਚ ਕੇ ਕਿ ਪਤਾ ਨਹੀਂ ਲੱਗਾ ਹੋਣਾ ਵਰਤਾਵੇ ਸਿੱਖ ਨੂੰ, ਤੇ ਤੀਜੀ ਦਫਾ ਫਿਰ ਗਾਂਹ ਹੋਇਆ ਹੱਥ ਅੱਡੇ ਪ੍ਰਸ਼ਾਦ ਲੈਣ ਵਾਸਤੇ। ਜਿਸ ਕੇ ਗਾਡੋ ਸਿਦਕ ਸੋ ਮਨ ਕਾ, ਜਿਹਦੇ ਮਨ ਦੇ ਵਿੱਚ ਗਾੜਾ ਨਾਮ ਪੱਕਾ ਸਿਦਕ ਸੀ, ਸਿਦਕੀ ਸਿੱਖ ਸੀ ਉਹ, ਜਿਹੜਾ ਗੁੜ ਦੀ ਰੋੜੀ ਲੈ ਕੇ ਆਇਆ ਸਿੱਖ ਸੀ ਨਾ, ਜਿਹਦਾ ਗੁਰੂ ਦੇ ਉੱਤੇ ਦ੍ਰਿੜ ਸਿਦਕ ਸੀ, ਦ੍ਰਿੜ ਭਰੋਸਾ ਸੀ ਗੁਰੂ ਦੇ ਉੱਪਰ। ਮੁਖ ਪਾਵਨ ਤੇ ਪਾਵਨ ਹੋਈ, ਤੇ ਮਨ ਵਿੱਚ ਸਿਦਕ ਸੀ ਕਿ ਗੁਰਾਂ ਦਾ ਸ਼ੀਤ ਪ੍ਰਸ਼ਾਦ ਹੈ, ਭੋਗ ਲੱਗਾ ਹੋਇਆ, ਅਰਦਾਸਾਂ ਹੋਇਆ ਗੁਰੂ ਚਰਨਾਂ ਵਿੱਚ, ਜੇ ਮੈਨੂੰ ਕੁਣਕਾ ਮਿਲ ਜੇ ਥੋੜਾ ਜਿਹਾ ਤੇ ਮੈਂ ਵੀ ਪਵਿੱਤਰ ਹੋ ਜਾਵਾਂਗਾ ਗੁਰਾਂ ਦਾ ਸ਼ੀਤ ਪ੍ਰਸ਼ਾਦ ਛਕ ਕੇ। ਉਤ ਕੰਠਤ ਜਾਂ ਤੇ ਬਹੁ ਸੋਈ, ਇਸ ਵਾਸਤੇ ਉਹਦੇ ਮਨ ਵਿੱਚ ਉਤਕੰਠਾ ਬਣੀ ਹੋਈ ਸੀ, ਇਸ ਵਾਸਤੇ ਉਹ ਤਾਵਲਤਾ ਬਣੀ ਹੋਈ ਸੀ। ਉਧਰ ਗੱਡਾ ਜਾ ਰਿਹਾ ਸੀ ਕਿਉਂਕਿ ਚੱਲਦਾ ਛੱਡ ਕੇ ਆਇਆ ਸੀ, ਜਾਨ ਦੀ ਕਾਹਲੀ ਸੀ, ਤੇ ਇਹ ਵੀ ਇੱਛਾ ਸੀ ਕਿ ਮੈਨੂੰ ਸ਼ੀਤ ਪ੍ਰਸ਼ਾਦ ਮਿਲ ਜੇ ਤੇ ਮੈਂ ਛਕ ਕੇ ਪਵਿੱਤਰ ਹੋ ਜਾਵਾਂਗਾ। ਤੋਵ ਪੇਤਨੇ ਕਰ ਕ੍ਰੋਧ ਕਨੇਰਾ, ਜਦੋਂ ਇੱਕ ਵਾਰੀ, ਦੋ ਵਾਰੀ, ਤੀਜੀ ਵਾਰੀ ਗਾਂਹ ਵੱਧ ਕੇ ਉਹਨੇ ਹੱਥ ਡਾਏ ਸਿੱਖ ਨੇ ਪ੍ਰਸ਼ਾਦ ਲੈਣ ਵਾਸਤੇ, ਤੇ ਤੇਰਾ ਪਿਤਾ ਕ੍ਰੋਧ 'ਚ ਆ ਗਿਆ। ਹੇ ਭਾਈ ਕੀਰਤੀਆ, ਤੇਰਾ ਪਿਤਾ ਗੁੱਸੇ 'ਚ ਆ ਗਿਆ ਉੱਥੇ। ਇਰਕਨ ਕੀਨ ਸਿੱਖ ਤਿਸ ਬੇਰਾ, ਤੇ ਉਹ ਸਿਦਕੀ ਸਿੱਖ ਨੂੰ ਝਿੜਕਣ ਲੱਗਾ ਸੰਗਤ ਦੇ ਵਿੱਚ ਹੀ। ਸੰਗਤ ਦਾ ਦੀਵਾਨ ਪੰਡਾਲ ਭਰਿਆ ਹੋਇਆ ਸੀ, ਪ੍ਰਸ਼ਾਦ ਵਰਤਾਉਂਦਿਆਂ ਵਰਤਾਉਂਦਿਆਂ ਸਿਆਣਾ ਬਿਆਣਾ ਗੁਰਸਿੱਖ ਸੀ, ਉਹ ਭਾਵਨਾ ਵਾਲਾ ਸੀ, ਸਿਦਕੀ ਸਿੱਖ ਜੀ। ਪਰ ਤੇਰੇ ਪਿਤਾ ਨੇ ਇਹ ਗੱਲਾਂ ਵਿਚਾਰੀਆਂ ਨਹੀਂ, ਕ੍ਰੋਧ 'ਚ ਆਇਆ ਤੇ ਕ੍ਰੋਧ ਦੇ ਅਧੀਨ ਹੋ ਕੇ ਉਹਨੂੰ ਝਿੜਕਣ ਲੱਗ ਪਿਆ। ਰੀਸ਼ ਬੇਸਾ ਕਰਕੇ ਮਤ ਮੂੜਾ, ਹੁਣ ਮਿੱਟੀ ਘੱਟਾ ਪੈਣੇ ਕਰਕੇ ਸਾਰਾ ਸਰੀਰ ਧੂੜੀ ਨਾਲ ਧੂਸਰ ਹੋਇਆ ਸੀ, ਲਿਬੜਿਆ ਹੋਇਆ ਸੀ। ਤੇ ਤੇਰੇ ਪਿਤਾ ਨੇ ਸ਼ਬਦਾਵਲੀ ਵੀ ਕੀ ਵਰਤੀ, ਕਹਿਣ ਲੱਗਾ ਰਿਛ ਬਣਿਆ ਤੁਰਿਆ ਫਿਰਦਾ, ਗਾਂਹ ਵੱਧ ਵੱਧ ਕੇ ਪ੍ਰਸ਼ਾਦ ਲੈਣ ਨੂੰ ਹੁੰਦਾ। ਕਿਉਂ ਸਭ ਪਰ ਤੂੰ ਹੋਤ ਅਰੂਡਾ, ਕਿਉਂ ਸਾਰਿਆਂ ਤੇ ਚੜ੍ਹਦਾ ਫਿਰਦਾ, ਸੰਗਤ ਦੇ ਉੱਤੇ ਮਿੱਧਦਾ ਆਉਣਾ ਸੰਗਤ ਨੂੰ, ਤੂੰ ਰਿਛ ਬਣਿਆ ਫਿਰਦਾ, ਤੂੰ ਮਿੱਟੀ ਘਟੇ ਨਾਲ ਲਿਬੜਿਆ, ਤੇ ਸੰਗਤ ਦੇ ਉੱਤੇ ਹੀ ਤੂੰ ਚੜ੍ਹਦਾ ਆਉਣਾ, ਸੰਗਤ ਨੂੰ ਮਿੱਧਦਾ ਆਉਣਾ। ਪਿਛਾਂ ਹੋ ਕੇ ਨਹੀਂ ਬੈਠਾ ਜਾਂਦਾ ਤੇਰੇ ਕੋਲੋਂ,
ਪ੍ਰਸ਼ਾਦ ਮਿਲ ਜੂ, ਵਰਤਨ ਦਿਆ ਸਾਰਿਆਂ ਨੂੰ ਮਿਲ ਰਿਹਾ, ਤੈਨੂੰ ਵੀ ਮਿਲੇਗਾ। ਬੜੀ ਕਾਹਲੀ ਪਈ ਹੈ ਪ੍ਰਸ਼ਾਦ ਲੈਂਦੇ, ਜਾਂ ਪਿਛਾਂ ਹੋ ਕੇ ਬਹਿ ਜਾ। ਗੁੱਸੇ 'ਚ ਬੋਲਿਆ, ਕ੍ਰੋਧ 'ਚ ਬੜੀ ਭੱਦੀ ਸ਼ਬਦਾਵਲੀ ਵਰਤੀ ਤੇਰੇ ਪਿਤਾ ਨੇ ਉਹ ਗੁਰਸਿੱਖ ਦੇ ਪ੍ਰਤੀ। ਪਰੇ ਰਹੋ ਠਾਂਡੋ ਕਿਉਂ ਆਵਹਿ, ਗਾਂ ਕਿਉਂ ਵਧਿਆ ਹੁਣ, ਪਿਛਾਂ ਖਲੋਤਾ ਰਹਿ, ਆਪੇ ਵਾਰੀ ਆਵੇਗੀ ਤੇ ਮਿਲ ਜੇਗਾ। ਬਹੁ ਬੋਲਤ ਕਿਉਂ ਰੌਰ ਮਚਾਵਹਿ, ਕਿਉਂ ਰੌਲਾ ਮਚਾ ਰਹੇ हैं, ਬਹੁਤਾ ਬੋਲੀ ਜਾ ਰਹੇ। ਹਾਲਾਂਕਿ ਉਹ ਸਿੱਖ ਬੋਲ ਨਹੀਂ ਸੀ ਰਿਹਾ, ਹਾਲਾਂਕਿ ਉਹ ਗੁਰਸਿੱਖ ਕੋਈ ਰੌਲਾ ਨਹੀਂ ਸੀ ਪਾ ਰਿਹਾ, ਕੇਵਲ ਹੱਥ ਹੀ ਅੱਗੇ ਕਰ ਰਿਹਾ ਸੀ। ਪਰ ਤੇਰਾ ਪਿਤਾ ਕ੍ਰੋਧ 'ਚ ਬੋਲਦਾ, ਕੀ ਰੌਲਾ ਪਾਇਆ, ਖੱਪ ਪਾਈ, ਪਿਛਾਂ ਹੋ ਕੇ ਬਹਿ ਜਾ। ਬਹੁਤ ਸ਼ਬਦਾਵਲੀ ਮੰਦੀ ਵਰਤੀ ਗੁਰਸਿੱਖ ਪ੍ਰਤੀ। ਏਮ ਸੁਣ ਕੇ ਸਿੱਖ ਹੋਏ ਮਨ ਭੰਗ, ਸੁਣ ਕੇ ਸਿੱਖ ਦਾ ਮਨ ਨਿਰਾਸ਼ ਹੋ ਗਿਆ। ਜਦੋਂ ਇਹ ਸ਼ਬਦ ਸੁਣੇ ਨਾ, ਭਾਵਨਾ ਸੀ, ਚਾਅ ਸੀ ਮਨ ਵਿੱਚ, ਸ਼ੀਤ ਪ੍ਰਸ਼ਾਦ ਮਿਲ ਜੇ, ਬੜਾ ਵਡਭਾਗਾ ਸਮਾਂ ਮਿਲਿਆ। ਲੰਘਦਿਆਂ ਲੰਘਦਿਆਂ ਪਤਾ ਲੱਗਾ ਗੁਰਾਂ ਦਾ ਪੜਾਅ ਲੱਗਾ, ਦਰਸ਼ਨ ਵੀ ਹੋ ਗਏ ਹੈ, ਸਤਿਗੁਰਾਂ ਦੇ ਸ਼ੀਤ ਪ੍ਰਸ਼ਾਦ ਮਿਲ ਗਿਆ, ਮੈਂ ਤੇ ਨਦਰੋਂ ਨਦਰੀ ਨਿਹਾਲ ਹੋ ਜਾ। ਬੜੀ ਖੁਸ਼ੀ ਸੀ। ਪਰ ਸਿੱਖ ਦੇ ਬੋਲਾਂ ਨੇ ਸਿੱਖ ਦੇ ਮਨ ਨੂੰ ਭੰਗ ਕਰ ਦਿੱਤਾ, ਨਿਰਾਸ਼ ਹੋ ਗਿਆ ਮਨ ਸਿੱਖ ਦਾ। ਅਵਨੀ ਹੇਰਤ ਬ੍ਰਿੜਾ ਸੰਗ, ਫਿਰ ਭਰੇ ਪੰਡਾਲ ਵਿੱਚ ਬੜੀ ਭੱਦੀ ਸ਼ਬਦਾਵਲੀ ਵਰਤੀ ਤੇ ਗੁਰਸਿੱਖ ਬੜਾ ਸ਼ਰਮਿੰਦਾ ਹੋਇਆ, ਨੇਤਰ ਨੀਵੇਂ ਕਰ ਲੈ ਤੇ ਹੌਲੀ ਜੀ ਪਛਾਣ ਹੋ ਗਿਆ ਕੀ ਕਹਿਣਾ ਸੀ। ਬੜੀ ਸ਼ਰਮ ਮਹਿਸੂਸ ਕੀਤੀ ਸਿੱਖ ਨੇ। ਲਾਗ ਕੰਨ ਪਰਿਓ ਉਠਾਇਓ ਛੇਤ ਤੇ, ਵਰਤਾਉਂਦਿਆਂ ਵਰਤਾਉਂਦਿਆਂ ਤੇਰੇ ਪਿਤਾ ਕੋਲੋਂ ਥੋੜਾ ਜਿਹਾ ਪ੍ਰਸ਼ਾਦ ਡਿੱਗ ਕੇ ਧਰਤੀ ਤੇ ਪਿਆ ਸੀ। ਉਹ ਸਿਦਕੀ ਸਿੱਖ ਸੀ, ਉਹਨੇ ਉਹ ਕੁਣਕਾ ਥੱਲਿਓਂ ਹੀ ਚੁੱਕ ਲਿਆ। ਆਨਨ ਮਹਿ ਪਾਇਓ ਗੁਰ ਹਿਤ ਤੇ, ਗੁਰੂ ਦਾ ਪ੍ਰੇਮੀ ਸਿੱਖ ਸੀ, ਉਹਨੇ ਉਹੋ ਹੀ ਗੁਰਾਂ ਦਾ ਸ਼ੀਤ ਪ੍ਰਸ਼ਾਦ ਮੁਖ ਵਿੱਚ ਪਾ ਲਿਆ। ਵਾਹਿਗੁਰੂ ਕੋ ਸਿਮਰਨ ਕਰ ਕੇ, ਤੇ ਮੁਖੋਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕੀਤਾ। ਤੋਬ ਪਿਤ ਕੋ ਦੀ ਸਰਾਪ ਉਚਰ ਕੇ, ਤਾਂ ਫਿਰ ਤੇਰੇ ਪਿਤਾ ਨੂੰ ਉਹ ਸਿੱਖ ਨੇ ਇਹ ਸਰਾਪ ਵਾਲਾ ਬਚਨ ਕੀਤਾ, ਗੁਰ ਸਿੱਖੀ ਕੋ ਲੇਸ਼ ਨਾ ਤੋਹੇ, ਇਹ ਸਿੱਖਾ ਤੇਰੇ ਵਿੱਚ ਗੁਰਸਿੱਖੀ ਦਾ ਲੇਸ਼ ਵੀ ਨਹੀਂ ਹੈ, ਥੋੜੇ ਮਾਤਰ ਸਿੱਖੀ ਦੀ ਅੰਸ਼ ਨਹੀਂ। ਸਿੱਖੀ ਦੀ ਸਭ ਤੋਂ ਵੱਡੀ ਜਿਹੜੀ ਮੁੱਢਲੀ ਸਿੱਖਿਆ ਹੈ ਉਹ ਧੀਰਜ ਹੈ, ਸਹਿਜ ਹੈ। ਤੇਰੇ ਵਿੱਚ ਤੇ ਪਾਈ ਦੀ ਕੋਈ ਨਹੀਂ, ਕ੍ਰੋਧ ਨਾਲ ਭਰਿਆ ਹੋਇਆ ਹੈ। ਸਿੱਖੀ ਦਾ ਲੇਸ਼ ਵੀ ਥੋੜੇ ਮਾਤਰ ਅੰਸ਼ ਤੇਰੇ ਵਿੱਚ ਨਹੀਂ ਹੈ। ਅਬ ਹੈ ਸਰੀਰ ਰੀਸ਼ ਕੋ ਹੋਏ, ਤੇ ਮੈਨੂੰ ਰਿਛ ਪਿਆ ਦੱਸਦਾ ਹੈ, ਸਿੱਖਾਂ ਪ੍ਰਤੀ ਐਸੀ ਸ਼ਬਦਾਵਲੀ ਵਰਤਦਾ, ਜਾ ਜਾ ਕੇ ਰਿਛ ਬਣ। ਗਇਓ ਉਤਾਇਲ ਸਕਟੇ ਮਿਲਿਓ, ਇਹ ਬਚਨ ਕਰਕੇ ਸਿੱਖ ਉਤਾਵਲਤਾ ਦੇ ਨਾਲ ਚਲਿਆ ਗਿਆ, ਆਪਣੇ ਗੱਡੇ ਦੇ ਨਾਲ ਮਿਲ ਗਿਆ। ਕਰੇ ਸਾਥ ਸੋ ਆਗੇ ਚਲਿਓ, ਇਹ ਗੱਡੇ ਨੂੰ ਨਾਲ ਤੁਰ ਕੇ ਅੱਗੇ ਚੱਲ ਪਿਆ। ਕੇਤਕ ਦਿਨ ਬੀਤੇ ਪਿਤ ਤੋਹੇ, ਕਿੰਨੇ ਦਿਨ ਬਤੀਤ ਹੋਣ ਮਗਰੋਂ ਤੇਰਾ ਪਿਤਾ ਜਿਹੜਾ ਸੀ ਬੈ ਪੂਰਨ ਤੇ ਮ੍ਰਿਤ ਬਸ ਹੋਏ, ਉਮਰ ਪੂਰੀ ਹੋਣੇ ਕਰਕੇ ਉਹਦੀ ਮੌਤ ਹੋ ਗਈ, ਮ੍ਰਿਤੂ ਹੋ ਗਈ। ਤੇ ਮੌਤ ਉਪਰੰਤ ਫਿਰ ਉਹ ਰਿਛ ਦੀ ਜੂਨੇ ਪੈ ਗਿਆ। ਸਤਿਗੁਰੂ ਧੰਨ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੇ ਇਸ ਤਰ੍ਹਾਂ ਭਾਈ ਕੀਰਤੀਏ ਨੂੰ ਉਹਦੇ ਪਿਤਾ ਦੇ ਮਨੁੱਖ ਤੋਂ ਰਿਛ ਬਣਨ ਦਾ ਕਾਰਨ ਸਾਰਾ ਦੱਸਿਆ ਤੇ ਸਿੱਖਿਆ ਇਹ ਦਿੱਤੀ ਹੈ ਕਿ ਸਿੱਖੀ ਹਮੇਸ਼ਾ ਸਿਦਕ ਦੀ ਹੁੰਦੀ ਹੈ, ਭਰੋਸੇ ਦੀ ਹੁੰਦੀ ਹੈ। ਫਿਰ ਸਿੱਖੀ ਵਿੱਚ ਸਹਿਜ, ਸਹਿਣਸ਼ੀਲਤਾ, ਨਿਮਰਤਾ ਆਦਿ ਗੁਣ ਹੋਣੇ ਬਹੁਤ ਲਾਜ਼ਮੀ ਹੈ। ਸਿੱਖ ਤੇਰਾ ਪਿਤਾ ਵੀ ਸੀ ਤੇ ਸਿੱਖ ਉਹ ਵੀ ਸੀ ਜਿਹੜਾ ਗੁੜ ਦੀ ਰੋੜੀ ਲੈ ਕੇ ਆਇਆ ਸੀ, ਪਰ ਉਹ ਸਿਦਕੀ ਸੀ, ਭਾਵਨਾ ਵਾਲਾ ਸੀ, ਸਹਿਜ ਵਾਲਾ ਸੀ।
ਤੇ ਸਿੱਖ ਇਹ ਵੀ ਜਿਹੜਾ ਤੇਰਾ ਪਿਤਾ ਗੁਰੂ ਹਜ਼ੂਰੀ ਵਿੱਚ ਸੇਵਾ ਕਮਾ ਰਿਹਾ ਸੀ, ਪਰ ਸੇਵਾ ਕਰਦਿਆਂ ਹਿਰਦੇ 'ਚ ਸਹਿਜ ਨਹੀਂ ਆਈ। ਸੇਵਾ ਕਰਦਿਆਂ ਹਿਰਦੇ ਵਿੱਚ ਹੰਗਤਾ ਆਈ ਕਿ ਮੈਂ ਪਤਾ ਨਹੀਂ ਕਿੱਡਾ ਕੁ ਵੱਡਾ ਸੇਵਾਦਾਰ ਬਣ ਗਿਆ ਹਾਂ। ਸਿੱਖ ਹਮੇਸ਼ਾ ਗੁਰੂ ਦਾ ਸਰੂਪ ਹੁੰਦੇ ਆ, ਤੇ ਸਿੱਖਾਂ ਨੂੰ ਭੱਦੀ ਸ਼ਬਦਾਵਲੀ, ਸਿੱਖਾਂ ਨੂੰ ਮਾੜੇ ਬੋਲ ਬੋਲਣੇ, ਕਦੋਂ ਗੁਰੂ ਦੀਆਂ ਖੁਸ਼ੀਆਂ ਲੈ ਸਕੇਗਾ? ਕੋਈ ਕਤਈ ਨਹੀਂ ਪ੍ਰਾਪਤ ਕਰ ਸਕਦਾ। ਜੋ ਸੇਵਾ ਵਿੱਚ ਹੰਗਤਾ ਭਾਵ ਰੱਖ ਕੇ ਸੇਵਾ ਕਮਾਉਂਦੇ ਆ ਕਿ ਪਤਾ ਨਹੀਂ ਮੈਂ ਅਸਮਾਨ ਹੀ ਥੰਮ ਲਿਆ, ਹੁੰਦਾ ਐਸਾ ਜਿਵੇਂ ਟਟੋਲੀ ਹੁੰਦੀ ਹੈ ਨਾ, ਪੁੱਠੀ ਆਪ ਲਟਕੀ ਹੋਈ ਹੁੰਦੀ ਹੈ ਤੇ ਉਹਨੂੰ ਲੱਗਦਾ ਖਣੀ ਮੈਂ ਹੀ ਅਸਮਾਨ ਥੰਮਿਆ, ਤੇ ਜੇ ਮੈਂ ਨਾ ਥੰਮਾਂ ਤੇ ਖਣੀ ਅਸਮਾਨ ਨੇ ਡਿੱਗ ਪੈਣਾ ਤੇ ਸਾਰਿਆਂ ਨੇ ਥੱਲੇ ਹੀ ਦੱਬ ਕੇ ਮਰ ਜਾਣ, ਇਉਂ ਲੱਗਦਾ ਟਟੋਲੀ ਨੂੰ। ਇਸ ਤਰ੍ਹਾਂ ਜਿਹੜੇ ਹਲਕੇ ਗੁਰੂ ਦੀ ਸਿੱਖਿਆ ਜਿਨ੍ਹਾਂ ਦੇ ਹਿਰਦੇ ਵਿੱਚ ਨਹੀਂ ਵਸੀ, ਸੇਵਾ ਤੇ ਕਮਾਉਂਦੇ ਐ, ਪਰ ਇਉਂ ਸਮਝਦੇ ਆ ਖਣੀ ਪਤਾ ਨਹੀਂ ਅਸੀਂ ਅਸਮਾਨ ਥੰਮਿਆ, ਸਾਰੀ ਜ਼ਿੰਮੇਵਾਰੀ ਅਸੀਂ ਸੰਭਾਲੀ, ਜੇ ਅਸੀਂ ਨਾ ਜ਼ਿੰਮੇਵਾਰੀ ਸੰਭਾਲੀ ਖਣੀ ਪਤਾ ਨਹੀਂ ਸੇਵਾ ਹੋਣੀ ਕੋਈ ਨਹੀਂ ਹੈ। ਜਿਵੇਂ ਪ੍ਰਿਥੀ ਚੰਦ ਨੂੰ ਇਹੀਓ ਲੱਗਦਾ ਸੀ ਕਿ ਮੈਂ ਹੀ ਸਾਰੀ ਜ਼ਿੰਮੇਵਾਰੀ ਸੰਭਾਲਦਾ, ਤੇ ਮੈਂ ਨਾ ਸੰਭਾਲਿਆ ਗੁਰੂ ਘਰ ਦਾ ਪ੍ਰਬੰਧ ਕਿੱਥੋਂ ਚੱਲਣਾ? ਇਹ ਤੇ ਗੁਰੂ ਨਾਨਕ ਦਾ ਥੜਾ ਹੈ। ਇੱਥੇ ਤਾਂ ਇੱਕ ਗਿਆ ਤੇ ਦੂਜਾ ਖੜਾ ਹੈ। ਇਹ ਮਤਾਂ ਕੋਈ ਮਾਣ ਕਰੇ ਕਿ ਮੈਂ ਸੇਵਾ ਕਰਦਾ, ਜੇ ਮੈਂ ਨਾ ਕਮਾਈ ਜਾਂ ਮੇਰਾ ਮੈਂ ਨਾ ਹੋਇਆ ਤੇ ਸੇਵਾ ਹੋਣੀ ਨਹੀਂ ਹੈ। ਇਹ ਗੁਰੂ ਨਾਨਕ ਦੇਵ ਜੀ ਦਾ ਘਰ ਹੈ, ਗੁਰੂ ਨਾਨਕ ਦੇਵ ਜੀ ਦਾ ਦਰ ਹੈ। ਜੁਗਾਂ ਜੁਗੰਤਰਾਂ ਤੱਕ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਘਰ ਦੀਆਂ ਸੇਵਾਵਾਂ ਚੱਲਦੀਆਂ ਰਹਿਣੀਆਂ। ਜਿਹੜਾ ਸੇਵਾ ਕਰਦਿਆਂ ਹੰਗਤਾ ਭਾਵ ਮਨ ਵਿੱਚ ਲਿਆਉਂਦਾ, ਉਹਦੀ ਸੇਵਾ ਸਾਰਥਕ ਨਹੀਂ ਹੁੰਦੀ, ਉਹਦੀ ਸੇਵਾ ਸਫਲੀ ਨਹੀਂ ਹੁੰਦੀ। ਸੇਵਾ ਕਰਦਿਆਂ ਹਮੇਸ਼ਾ ਕਾਮਨਾ ਰਹਿਤ ਹੋਣਾ ਚਾਹੀਦਾ। ਸੇਵਾ ਕਰਤ ਹੋਏ ਨਿਹਕਾਮੀ, ਤਿਹ ਕੋ ਹੋਤ ਪ੍ਰਾਪਤ ਸੁਆਮੀ। ਸੇਵਾ ਕਰਦਿਆਂ ਹੰਗਤਾ ਨਹੀਂ ਆਉਣੀ ਚਾਹੀਦੀ, ਸੇਵਾ ਕਰਦਿਆਂ ਇੱਛਾ ਸਮਾਪਤ ਹੋ ਜਾਣੀ ਚਾਹੀਦੀ ਹੈ, ਤੇ ਸੇਵਾ ਆਗਿਆ ਵਿੱਚ ਰਹਿ ਕੇ ਕਰਨੀ ਚਾਹੀਦੀ ਹੈ। ਇਹ ਤਿੰਨ ਜੁਗਤੀਆਂ ਹਨ ਸੇਵਾ ਦੀਆਂ। ਹੁਕਮ ਮੰਨ ਕੇ, ਇੱਛਾ ਰਹਿਤ, ਨਿਰਹੰਕਾਰ ਜਿਹੜਾ ਸੇਵਾ ਕਮਾ ਲੈਂਦਾ ਉਹ ਗੁਰੂ ਦੀਆਂ ਬਖਸ਼ਿਸ਼ਾਂ ਪਾ ਲੈਂਦਾ। ਅਨਯਥਾ ਜਿਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਹਨਗੇ ਕਿ ਧਰਮ ਦੇ ਸੇਵਾ ਜਾਂ ਦਾਨ ਪੁੰਨ ਆਦਿ ਕੋਈ ਕਰਮ ਕਰਦਾ ਤੇ ਇਹ ਧਰਮ ਦੇ ਕਰਮ ਸੇਵਾ ਜਾਂ ਦਾਨ ਪੁੰਨ ਆਦਿ ਕਰਦਿਆਂ ਮਨ ਵਿੱਚ ਗੁਮਾਨ ਹੀ ਲੈ ਆਉਂਦਾ ਤੇ ਉਹਦੇ ਇਹ ਧਰਮ ਦੇ ਕਰਮ ਨਿਸ਼ਫਲ ਚਲੇ ਜਾਂਦੇ ਹੈ। ਕਿਸ ਤਰ੍ਹਾਂ? ਜਿਵੇਂ ਹਾਥੀ ਦਾ ਕੀਤਾ ਇਸ਼ਨਾਨ ਨਿਸ਼ਫਲ ਚਲਿਆ ਜਾਂਦਾ ਹੈ। ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਸੋ ਸਤਿਗੁਰਾਂ ਨੇ ਇਹ ਸਿੱਖਿਆ ਦਿੱਤੀ ਹੈ, ਭਾਈ ਗੁਰੂ ਦੀ ਸੇਵਾ ਕਮਾਓ, ਪਰ ਨਿਮਰਤਾ ਦੇ ਨਾਲ, ਨਿਰੀਛਤ ਤੇ ਹੁਕਮ ਮੰਨ ਕੇ ਸੇਵਾ ਕਮਾਉਣ ਵਾਲਾ ਹੀ ਬਖਸ਼ਿਸ਼ਾਂ ਦਾ ਪਾਤਰ ਬਣ ਕੇ ਆਪਣੇ ਲੋਕ ਤੇ ਪ੍ਰਲੋਕ ਨੂੰ ਸੁਹੇਲਾ ਬਣਾਉਂਦਾ ਹੈ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਤੁਛ ਬੁੱਧੀ ਹੈ ਦਾਸਾਂ ਦੀ ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ, ਸੰਗਤ ਬਖਸ਼ਣ ਜੋ ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੇਸ਼ਟ ਮੱਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ੋ। ਸਭ ਹੀ ਸੰਗਤਾਂ ਦੇ ਲੋਕ ਸੁਖੀਏ, ਪ੍ਰਲੋਕ ਸੁਹੇਲੇ ਕਰਨ। ਏਤਕ ਦਿਨ ਬੀਤੇ ਪਿਤ ਤੋਹੇ, ਬੈ ਪੂਰਨ ਤੇ ਮ੍ਰਿਤ ਬਸ ਹੋਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।